बहुत बहुत स्वागत है। ਇਹ ਹੈ ਦ ਨਵਜੋਤ ਢਿੱਲੋਂਵਾਲ ਲੈ ਕੇ ਹਾਜ਼ਰ ਹੋਈ ਹਾਂ ਕੁਝ ਖਿਆਲ ਕੁਝ ਸਵਾਲ। ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ 8 ਮਹੀਨਿਆਂ ਤੋਂ ਭਾਰਤ ਦੇ ਵਿੱਚ ਜਿਹੜੇ 3 ਖੇਤੀ ਕਾਨੂੰਨ ਆ ਉਹਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵਿੱਢਿਆ ਹੋਇਆ ਹੈ। ਇਹਨਾਂ 8 ਮਹੀਨਿਆਂ ਦੇ ਦੌਰਾਨ ਹੋਰ ਕੁਝ ਬਦਲਿਆ ਹੋਵੇ ਜਾਂ ਨਾ ਬਦਲਿਆ ਹੋਵੇ, ਪਰ ਕੁਝ ਖਾਸ ਗੱਲਾਂ ਜਿਹੜੀਆਂ ਦੇਖਣ ਵਾਲੀਆਂ ਨੇ ਉਹ ਜ਼ਰੂਰ ਬਦਲੀਆਂ ਨੇ, ਭਾਵੇਂ ਸਾਡੀ ਨਜ਼ਰ ਦੇ ਵਿੱਚ ਨਹੀਂ ਜਾਂ ਨਹੀਂ, ਭਾਵੇਂ ਸਰਕਾਰ ਨੇ ਆਪਣਾ ਵਤੀਰਾ ਨਹੀਂ ਬਦਲਿਆ ਤੇ ਨਾਲ ਕਿਸਾਨ ਜਥੇਬੰਦੀਆਂ ਨੇ ਵੀ ਆਪਣੇ ਇਰਾਦੇ ਨਹੀਂ ਬਦਲੇ। ਜੇ ਕੁਝ ਬਦਲਿਆ ਹੈ ਤਾਂ ਸਮਾਜਿਕ ਤੌਰ ਦੇ ਉੱਤੇ ਆਪਾਂ ਕੁਝ ਖਾਸ ਜਿਹੜੀ ਚੀਜ਼ ਹੈ ਉਹ ਜ਼ਰੂਰ ਦੇਖਦੇ ਹਾਂ। ਉਹਦੇ ਵਿੱਚ ਵੱਡੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਭਾਰਤ ਦੇ ਵਿੱਚ ਔਰਤਾਂ ਦਾ ਇਸ ਅੰਦੋਲਨ ਦੇ ਵਿੱਚ, ਇਸ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਰੋਲ ਹੈ ਉਹ ਇਹ ਚੀਜ਼ ਜ਼ਰੂਰ ਦਿਖਾ ਰਿਹਾ ਹੈ ਕਿ ਇੱਕ ਵੱਡਾ ਬਦਲਾਅ ਆ ਰਿਹਾ ਹੈ। ਪਿਛਲੇ ਦਿਨੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚਾ ਹੈ, ਉਹਨਾਂ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ ਕਿਸਾਨਾਂ ਵੱਲੋਂ ਪਾਰਲੀਮੈਂਟ ਦਾ ਆਯੋਜਨ ਕੀਤਾ ਜਾਇਆ ਕਰੇਗਾ ਜੰਤਰ ਮੰਤਰ ਦੇ ਵਿੱਚ। ਤੇ ਹੁਣ ਪਿਛਲੇ ਹਫ਼ਤੇ ਦੇ ਦੌਰਾਨ ਜਿਹੜੀ ਇੱਕ ਖਾਸ ਤਰ੍ਹਾਂ ਦੀ ਪਾਰਲੀਮੈਂਟ ਦਾ ਆਯੋਜਿਤ ਕੀਤਾ ਗਿਆ, ਉਹਨੂੰ ਨਾਮ ਦਿੱਤਾ ਗਿਆ ਆਲ ਵਿਮਨ ਪਾਰਲੀਮੈਂਟ, ਆਲ ਵਿਮਨ ਫਾਰਮਰ ਔਰ ਕਿਸਾਨ ਪਾਰਲੀਮੈਂਟ, ਜਿਹਦੇ ਵਿੱਚ ਔਰਤਾਂ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਈਆਂ ਤੇ ਔਰਤਾਂ ਵੱਲੋਂ ਬਹੁਤ ਸਾਰੇ ਮਤੇ ਵੀ ਪਾਸ ਕੀਤੇ ਗਏ। ਕਿਹੋ ਜਿਹੀ ਸੀ ਇਹ ਆਲ ਵਿਮਨ ਕਿਸਾਨ ਪਾਰਲੀਮੈਂਟ, ਕੀ ਉੱਥੇ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਾਰਲੀਮੈਂਟ ਕਿਹੋ ਜਿਹਾ ਰੂਪ ਧਾਰਨ ਕਰਨ ਜਾ ਰਹੀ ਹੈ ਤੇ ਉਸ ਦੇ ਵਿੱਚ ਕੀ ਪੋਸੀਬਿਲਿਟੀਜ਼ ਹੋ ਸਕਦੀਆਂ ਨੇ। ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਅੱਜ ਮੈਂ ਉਹਨਾਂ ਤੋਂ ਔਰਤਾਂ ਨੂੰ ਸ਼ਾਮਿਲ ਕੀਤਾ ਜਿਹੜੀਆਂ ਇਸ ਸੰਸਦ ਦਾ ਖਾਸ ਤੌਰ 'ਤੇ ਹਿੱਸਾ ਰਹੀਆਂ ਨੇ। ਇਹਨਾਂ ਦੇ ਵਿੱਚੋਂ ਇੱਕ ਨਾਮ ਹੈ ਡਾਕਟਰ ਕਮਲਜੀਤ ਕੌਰ ਢਿੱਲੋਂ, ਜਿਨ੍ਹਾਂ ਵੱਲੋਂ ਇਸ ਪਾਰਲੀਮੈਂਟ ਦੇ ਵਿੱਚ ਡਿਪਟੀ ਸਪੀਕਰ ਦੀ ਭੂਮਿਕਾ ਨਿਭਾਈ ਗਈ ਸੀ। ਤੇ ਇਹਨਾਂ ਤੋਂ ਇਲਾਵਾ ਪ੍ਰੋਫੈਸਰ ਸੁਰਿੰਦਰ ਜੈਪਾਲ, ਇਹਨਾਂ ਨੇ ਐਗਰੀਕਲਚਰ ਮਿਨਿਸਟਰ ਦਾ ਰੋਲ ਅਦਾ ਕੀਤਾ ਸੀ ਇਸ ਆਲ ਵਿਮਨ ਜਿਹੜੀ ਸੰਸਦ ਸੀ ਉਸ ਦੇ ਵਿੱਚ। ਅੱਜ ਮੈਂ ਬਹੁਤ ਸਵਾਗਤ ਕਰਦੀ ਹਾਂ ਡਾਕਟਰ ਕਮਲਜੀਤ ਕੌਰ ਢਿੱਲੋਂ ਤੇ ਪ੍ਰੋਫੈਸਰ ਸੁਰਿੰਦਰ ਜੈਪਾਲ ਦਾ। ਜੀ ਆਇਆਂ ਨੂੰ ਜੀ। ਇਹਨਾਂ ਦੇ ਨਾਲ ਜਿਹੜੀ ਗੱਲਬਾਤ ਮੈਂ ਖਾਸ ਕਰਕੇ ਅੱਜ ਸ਼ੁਰੂ ਕਰਨੀ ਆ। ਸਭ ਤੋਂ ਪਹਿਲਾਂ ਡਾਕਟਰ ਕਮਲਜੀਤ ਜੀ, ਮੈਂ ਤੁਹਾਡੇ ਕੋਲੋਂ ਹੀ ਇਹ ਜਾਣਨਾ ਚਾਹੁੰਦੀ ਹਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਇਹ ਜਿਹੜੀ ਸੰਸਦ ਸੀ, ਇਹ ਖਾਸ ਤਰ੍ਹਾਂ ਦੀ ਸੰਸਦ ਸੀ, ਇਹਦਾ ਜਿਹੜਾ ਕਨਸੈਪਟ ਹੈ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਸ਼ੁਕਰੀਆ ਬਹੁਤ ਨਵਜੋਤ ਜੀ, ਦਰਸ਼ਕਾਂ ਦੇ ਔਰ ਸਰੋਤਿਆਂ ਦੇ ਰੂਬਰੂ ਕੀਤਾ, ਕਿਉਂਕਿ ਬੜਾ ਹੀ ਅਹਿਮ ਮੁੱਦਾ ਹੈ। ਖਾਸ ਕਰਕੇ ਪੰਜਾਬੀ ਹਿੰਦੁਸਤਾਨੀ 110 ਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਔਰ ਉਹ ਬੜੀ ਨੀਝ ਦੇ ਨਾਲ ਔਰ ਬੜੇ ਬੈਰੋਮੀਟਰ ਦੀ ਤਰ੍ਹਾਂ ਕਿਸਾਨ ਅੰਦੋਲਨ ਨੂੰ ਦੇਖ ਵੀ ਰਹੇ ਨੇ, ਪਰਖ ਵੀ ਰਹੇ ਨੇ ਤੇ ਨਾਲ ਜੁੜੇ ਵੀ ਹੋਏ ਨੇ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 8 ਮਹੀਨੇ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇਸ ਨੇ ਬਹੁਤ ਸਾਰੀਆਂ ਮੱਲਾਂ ਮਾਰੀਆਂ ਨੇ, ਬਹੁਤ ਸਾਰੇ ਇੱਕ ਪੈਰਾਮੀਟਰ ਸੈੱਟ ਕੀਤੇ ਨੇ, ਨਾ ਕੇਵਲ ਪੰਜਾਬ ਲਈ, ਨਾ ਕੇਵਲ ਹਿੰਦੁਸਤਾਨ ਲਈ, ਸਗੋਂ ਸਮੁੱਚੀ ਦੁਨੀਆ ਨੂੰ ਇੱਕ ਰਸਤਾ ਦਿਖਾਇਆ ਇਹਨਾਂ ਨੇ। ਸੋ ਉਸਦੇ ਹੀ ਮੱਦੇ ਨਜ਼ਰ, ਕਿਉਂਕਿ ਪਹਿਲੇ ਦਿਨ ਤੋਂ ਹੀ ਔਰਤਾਂ ਦੀ ਭਾਗੀਦਾਰੀ, ਔਰਤਾਂ ਦੀ ਸ਼ਮੂਲੀਅਤ ਇਸ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਵੱਡੀ ਰਹੀ ਹੈ। ਸੋ ਉਹਨਾਂ ਨੇ ਸਮਝਿਆ ਕਿ ਜਦੋਂ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਤੁਹਾਨੂੰ ਯਾਦ ਹੋਣਾ, ਜਦੋਂ ਮੈਂ ਦਿਸ਼ਾ ਦੀ ਚੇਅਰਪਰਸਨ ਦੇ ਤੌਰ ਤੇ ਤੁਸੀਂ ਵੀ ਉਹਦੇ ਵਿੱਚ ਸ਼ਮੂਲੀਅਤ ਕੀਤੀ, 31 ਦਸੰਬਰ 2020 ਨੂੰ ਅਸੀਂ ਇੰਟਰਨੈਸ਼ਨਲ ਪਾਰਲੀਮੈਂਟ ਕੀਤੀ ਸੀ। ਉਦੋਂ ਸਰਦ ਰੁੱਤ ਦਾ ਸੈਸ਼ਨ ਮੋਦੀ ਗਵਰਨਮੈਂਟ ਨੇ ਨਹੀਂ ਸੀ ਬੁਲਾਇਆ। ਹੁਣ ਉਹ ਜਦੋਂ ਇੱਕ ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਮੋਦੀ ਸਰਕਾਰ ਗਈ ਹੈ ਤੇ 8 ਮਹੀਨੇ ਤੋਂ ਕਿਸਾਨ ਦੀਆਂ ਬਰੂਹਾਂ ਤੇ ਬੈਠੇ ਹੋਏ ਹੈ ਤੇ ਉਹ ਉਹਨਾਂ ਦੇ ਨਾਲ ਇੱਕ ਮਜ਼ਾਕੀ ਤਰੀਕੇ ਦੇ ਨਾਲ ਗੱਲ ਕਰ ਰਹੀ ਹੈ। ਪਾਰਲੀਮੈਂਟ ਦੇ ਵਿੱਚ ਕਦੇ ਨੇ ਉਹਨਾਂ ਨੂੰ ਹੈ ਆਪਣਾ ਆਰਥਿਕ, ਜਿਸ ਦਿਨ ਸਾਡੀ ਸੰਸਦ ਹੋ ਰਹੀ ਨੂੰ ਕਿਹਾ ਕਿ ਇਹ ਤਾਂ ਨਿਰਾਰਥਕ ਹੈ। ਸੋ ਇਸ ਕਰਕੇ ਅੱਜ ਜਦੋਂ SKM ਨੇ, ਸੰਯੁਕਤ ਕਿਸਾਨ ਮੋਰਚਾ ਨੇ ਇਹ ਤੈਅ ਕੀਤਾ ਕਿ ਔਰਤਾਂ ਪਹਿਲੇ ਦਿਨ ਤੋਂ ਹੀ ਵੱਡੀ ਭਾਗੀਦਾਰੀ ਦੇ ਨਾਲ ਕਿਸਾਨ ਮੋਰਚੇ ਦਾ ਹਿੱਸਾ ਨੇ। ਔਰ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਅਸੀਂ ਸੰਸਦ ਦੇ ਵਿੱਚ ਇਹ ਵੀ 5 ਮਤੇ ਪਾਸ ਕੀਤੇ, ਜਿਨ੍ਹਾਂ ਦੇ ਵਿੱਚੋਂ ਇੱਕ ਮਤਾ ਸੀ
ਕਿ ਔਰਤ ਵੀ ਕਿਸਾਨ ਹੈ, ਉਸਨੂੰ ਕਿਸਾਨ ਮੰਨਿਆ ਜਾਏ, ਕਿਉਂਕਿ ਹੁਣ ਤੱਕ ਸਾਡੀ ਇੱਕ ਮਾਨਸਿਕਤਾ ਦੇ ਵਿੱਚ ਇਹ ਗੱਲ ਹੈ ਕਿ ਮਰਦ ਹੀ ਕਿਸਾਨ ਹੁੰਦੇ ਨੇ। ਤੇ ਤੁਹਾਨੂੰ ਮੈਂ ਆਪਣੇ ਦਰਸ਼ਕਾਂ ਨੂੰ ਵੀ ਇਹ ਦੱਸ ਦਿਆਂ ਕਿ 80% ਔਰਤਾਂ ਸਿੱਧੇ ਤੌਰ ਤੇ ਕਿਸਾਨ ਨੇ, ਸਹਾਇਕ ਦੇ ਤੌਰ ਤੇ ਜਾਂ ਥੋੜੀ ਰੈਂਟ ਤੇ ਖੇਤੀ ਕਰਕੇ। ਦੂਸਰਾ 40% ਜਿਹੜੀਆਂ ਔਰਤਾਂ ਨੇ ਉਹ ਸਿੱਧੇ ਤੌਰ ਤੇ ਕਿਸਾਨੀ ਜੀਵਨ ਦੇ ਵਿੱਚ ਨੇ, ਜਿਹੜੀਆਂ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ ਕਿ ਮਾਮਲੇ ਤੇ ਠੇਕੇ ਤੇ ਖੇਤੀ ਲੈ ਕੇ ਕਰਨਾ। ਔਰ 29% ਸਿੱਧੀਆਂ ਆਪਣੀ ਭੋਏ ਦੇ ਉੱਤੇ, ਆਪਣੀ ਜ਼ਮੀਨ ਦੇ ਉੱਤੇ ਖੇਤੀ ਕਰਦੀਆਂ ਨੇ। ਸੋ ਇਹ ਸਾਰੇ ਬੈਕਗ੍ਰਾਉਂਡ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਸੋਚਿਆ ਕਿ ਜਦੋਂ 22 ਜਿਹੜੀ ਸਾਡੀ ਜੁਲਾਈ ਹੈ ਉਹਨੂੰ ਉਦੋਂ ਉਸ ਦਿਨ ਪਹਿਲੇ ਦਿਨ ਜਿਹੜੀ ਹੈ ਕਿਸਾਨ ਸੰਸਦ ਹੋਈ, ਤੇ ਉਸ ਦੇ ਵਿੱਚ ਔਰਤਾਂ ਦੀ ਭਾਗੀਦਾਰੀ, ਔਰਤਾਂ ਦੀ ਸ਼ਮੂਲੀਅਤ ਦੇ ਨਾਲ ਹੋਣ ਕਰਕੇ ਉਹਨਾਂ ਨੇ 26 ਜੁਲਾਈ ਤੇ 9 ਅਗਸਤ ਦਾ ਦਿਨ ਔਰਤਾਂ ਦੀ ਕੇਵਲ ਔਰਤਾਂ ਦੀ ਸੰਸਦ ਲਈ ਮਿਥਿਆ, ਭਾਵੇਂ ਕਿ ਦੂਸਰੀ ਸੰਸਦ ਦੇ ਵਿੱਚ ਵੀ ਔਰਤਾਂ ਜਾਂਦੀਆਂ ਨੇ। 26 ਜੁਲਾਈ ਇਸ ਕਰਕੇ ਵੀ ਇੰਪੋਰਟੈਂਟ ਸੀ ਕਿ ਉਸ ਦਿਨ ਪੂਰੇ 8 ਮਹੀਨੇ ਕਿਸਾਨ ਮੋਰਚਾ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ, ਬੜੇ ਹੀ ਫੋਰਸਫੁਲੀ ਢੰਗ ਨਾਲ ਸੰਸਾਰ ਦੇ ਵਿੱਚ ਆਪਣਾ ਇੱਕ ਦ੍ਰਿਸ਼ਟੀਕੋਣ ਰੱਖ ਸਕਿਆ। ਤੇ ਇਸ 8 ਮਹੀਨਿਆਂ ਤੇ ਔਰਤਾਂ ਨੇ ਵੱਡੀ ਪੱਧਰ ਤੇ ਇਹ ਗੱਲ ਕੀਤੀ। ਜਦੋਂ ਕਿ ਤੁਹਾਨੂੰ ਯਾਦ ਹੋਣਾ ਹੈ ਕਿ ਦਸੰਬਰ ਦੇ ਵਿੱਚ ਅੱਤ ਦੀ ਸਰਦੀ ਦੇ ਵਿੱਚ ਔਰਤਾਂ ਬੈਠੀਆਂ ਹੋਈਆਂ ਸੀ, ਤਾਂ ਉਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਔਰਤਾਂ ਤੇ ਬਜ਼ੁਰਗਾਂ ਨੂੰ ਵਾਪਸ ਘਰਾਂ 'ਚ ਭੇਜ ਦਿਓ। ਜਾਂ ਮਨੂਵਾਦੀ ਸਰਕਾਰ ਜਿਹੜੀ ਹੈ, ਉਹ ਸੋਚਦੀ ਸਰਕਾਰ ਹੈ ਜਿਹੜੀ ਚਾਹੁੰਦੀ ਹੈ ਕਿ ਔਰਤਾਂ ਬੰਦ ਦਰਵਾਜ਼ਿਆਂ ਅੰਦਰ ਰਹਿਣ, ਔਰਤਾਂ ਦਾ ਕੰਮ ਨਹੀਂ ਹੈ ਸੰਸਦ ਦੇ ਵਿੱਚ। ਸੋ ਇਹ ਸੰਸਦ ਨੇ ਦਿਖਾ ਦਿੱਤਾ ਹੈ ਕਿ ਔਰਤਾਂ ਜੇਕਰ ਚੁੱਲ੍ਹੇ ਦੇ ਉੱਤੇ ਰੋਟੀ ਪਕਾ ਰਹੀਆਂ ਨੇ, ਖੇਤ ਖਲਿਆਣ ਦੇ ਵਿੱਚ ਆਪਣੇ ਕੰਮ ਕਰ ਰਹੀਆਂ ਨੇ, ਤੇ ਉਹ ਸੰਸਦ ਵੀ ਚਲਾ ਸਕਦੀਆਂ ਨੇ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੋਦੀ ਜਿਹੜਾ ਹੈ ਗਵਰਨਮੈਂਟ ਦੇ, ਸਾਡੇ ਜਿਹੜਾ ਕ੍ਰਿਸ਼ੀ ਮੰਤਰੀ ਹੈ, ਉਹਨੂੰ ਜ਼ਰੂਰ ਸੰਸਦ ਦੇ ਪਿੱਛੇ ਆ ਕੇ ਬੈਠਣਾ ਚਾਹੀਦਾ ਸੀ। ਉਹ ਦੂਰੋਂ ਦੂਰਬੀਨ ਨਾਲ ਦੇਖਦਾ ਕਿ ਔਰਤਾਂ ਕਿਸ ਤਰੀਕੇ ਦੇ ਨਾਲ ਅਸੈਂਸ਼ੀਅਲ ਕਮੋਡਿਟੀ ਐਕਟ ਦੀ ਇੱਕ ਕਲੌਜ਼ ਦੇ ਉੱਤੇ ਬਹਿਸ ਕਰ ਰਹੀਆਂ ਸੀ, ਜਿਹੜੇ ਕਿ ਕਹਿੰਦੇ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ। ਔਰਤਾਂ ਨੂੰ ਤੇ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ। ਔਰਤਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਹਾਂ, ਇਹਦਾ ਪਤੀ ਜਾਂ ਇਹਦਾ ਪੁੱਤਰ ਜਿਵੇਂ ਕਹਿ ਦੇਵੇ ਉਵੇਂ ਕਰਦੀਆਂ ਨੇ। ਉਹ ਜਿਹੜੀ ਸੰਸਦ ਸੀ ਇਸ ਗੱਲ ਦੀ ਗਵਾਹ ਸੀ ਕਿ ਔਰਤਾਂ ਨਾ ਗੁੰਮਰਾਹ ਕੀਤੀਆਂ ਹੋਈਆਂ, ਨਾ ਕਿਸੇ ਦੇ ਕਹੇ ਤੇ ਚੱਲਦੀਆਂ, ਉਹਨਾਂ ਦਾ ਆਪਣਾ ਦਿਮਾਗ ਹੈ, ਆਪਣੀ ਸੋਚਣ ਸ਼ਕਤੀ ਹੈ, ਤੇ ਉਹ ਕਿਸਾਨੀ ਮੁੱਦਿਆਂ ਨਾਲ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ। ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਕਿੰਨੀਆਂ ਕੁ ਔਰਤਾਂ ਸੀ ਤੇ ਕਿਹੜੇ ਸਟੇਟਸ ਤੋਂ ਆਈਆਂ, ਕਿਹੋ ਜਿਹੇ ਬੈਕਗਰਾਉਂਡ ਵਾਲੀਆਂ ਸੀ? ਕਿਉਂਕਿ ਜਦੋਂ ਅਸੀਂ ਪੜ੍ਹੀਆਂ ਲਿਖੀਆਂ ਔਰਤਾਂ ਦੀ ਗੱਲ ਕਰਦੇ ਹਾਂ, ਇਹ ਤਾਂ ਗੱਲ ਸਪਸ਼ਟ ਹੈ ਕਿ ਉਹ ਆ ਕੇ ਲੀਡਰਸ਼ਿਪ ਦੇ ਵਿੱਚ ਵੀ ਹਿੱਸਾ ਲੈਂਦੀਆਂ ਨੇ, ਉਹ ਆਪਣੀ ਆਵਾਜ਼ ਵੀ ਬੁਲੰਦ ਕਰਦੀਆਂ ਨੇ। ਜੇ ਥੋੜ੍ਹਾ ਜਿਹਾ ਇਹ ਦੱਸ ਸਕੋ ਕਿ ਕਿਹੋ ਜਿਹੇ ਬੈਕਗਰਾਉਂਡਸ ਵਾਲੀਆਂ ਔਰਤਾਂ ਤੇ ਕਿਹਨਾਂ ਖਿੱਤਿਆਂ ਤੋਂ ਪਹੁੰਚੀਆਂ ਹੋਈਆਂ ਸਨ? ਹਾਂ, ਇਹ ਬੜਾ ਹੀ ਮਹੱਤਵਪੂਰਨ ਸਵਾਲ ਹੈ ਨਵਜੋਤ। ਜਿਹੜੀਆਂ ਇਹ ਔਰਤਾਂ ਸੀ ਬੜੀ ਖੂਬਸੂਰਤ, ਔਰ ਇਸ ਦੀ ਜਿਹੜੀ ਕੰਪੋਜੀਸ਼ਨ ਸੀ ਇਸ ਸੰਸਦ ਦੀ, ਉਹ ਵਰਸਟਾਈਲ ਸੀ। ਕਿਉਂਕਿ ਪਹਿਲੇ ਗ੍ਰਾਸ ਰੂਟ ਲੈਵਲ ਤੋਂ ਜਿਹੜੀਆਂ ਪਿੰਡਾਂ ਦੇ ਵਿੱਚ ਖੇਤ ਖਲਿਆਣ ਦੇ ਵਿੱਚ ਸਿੱਧੇ ਤੌਰ ਤੇ ਕੰਮ ਕਰਦੀਆਂ ਨੇ, ਆਪ ਟਰੈਕਟਰ ਚਲਾਉਂਦੀਆਂ ਨੇ, ਖੇਤੀ ਕਰਦੀਆਂ ਨੇ, ਕਪਾਹ ਚੁਗਦੀਆਂ ਨੇ, ਜਾਂ ਜਿਹੜੇ ਹੈ ਇਹ ਈਵਨ ਕਿ ਆਪਣੇ ਖੇਤਾਂ ਦੇ ਵਿੱਚ ਜਿਸ ਨੂੰ ਅਸੀਂ ਕਹਿੰਦੇ ਹਾਂ ਨੱਕੇ ਮੋੜਦੀਆਂ ਨੇ, ਉਹ ਔਰਤਾਂ ਸੀ ਜਿਹੜੀਆਂ ਖੇਤਾਂ ਦੇ ਵਿੱਚੋਂ ਚਾਰਾ ਲੈ ਕੇ ਆ ਕੇ ਆਪਣੇ ਪਸ਼ੂਆਂ ਨੂੰ ਜਿਹੜਾ ਹੈ ਪਾਉਂਦੀਆਂ ਨੇ, ਤੇ ਫਿਰ ਜਿਹੜਾ ਸਾਡਾ ਡੇਅਰੀ ਫਾਰਮਿੰਗ ਦਾ ਹੈ। ਦੂਸਰੀ ਕਿਸਮ ਦੀਆਂ ਔਰਤਾਂ ਸੀ ਜਿਹੜੀਆਂ ਸਿੱਧੇ ਤੌਰ ਤੇ ਕਿਸਾਨੀ ਨਾਲ ਜੁੜੀਆਂ ਹੋਈਆਂ ਨੇ, ਜਿਹੜੀਆਂ ਕਿਸਾਨ ਦੇ ਘਰ 'ਚ ਪੈਦਾ ਹੋਈਆਂ, ਪਰ ਉਹ ਨਾਲ ਦੀ ਨਾਲ ਵੂਮਨ ਮੂਵਮੈਂਟ ਦੇ ਵਿੱਚ ਕੰਮ ਕਰ ਰਹੀਆਂ ਸਨ, ਜਾਂ ਉਹ ਆਪਣੇ ਕਿਸੇ ਹੋਰ ਨਾਲ ਵਿਵਸਾਏ ਕੀਤਾ ਹੋਇਆ। ਤੀਸਰੀ ਕਿਸਮ ਦੀਆਂ ਸਾਡੀਆਂ ਔਰਤਾਂ ਉੱਥੇ ਆਈਆਂ ਜਿਹੜੀਆਂ ਐਗਰੀਕਲਚਰ ਇਕਨੋਮਿਸਟ ਸਨ, ਜਿਹੜੀਆਂ ਬੜੀ ਦੇਰ ਤੋਂ ਐਜ ਏ ਰਿਸਰਚਰ ਦੀ ਭੂਮਿਕਾ ਅਦਾ ਕਰ ਰਹੀਆਂ ਨੇ।
ਫਿਰ ਇਹਦੇ ਵਿੱਚ ਕੁਝ ਔਰਤਾਂ ਜਿਹੜੀਆਂ ਬੜੇ ਦੇਰ ਤੋਂ ਜਿਹੜੀ ਸਮਾਜਿਕ ਕਾਰਜਕਰਤਾ, ਜਿਵੇਂ ਮੇਧਾ ਪਾਟੇਕਰ ਹੈ, ਐਨੀ ਰਾਜਾ ਹੈ, ਨਿਸ਼ਾ ਸਿੱਧੂ ਹੈ, ਜਗਮਤੀ ਸਾਗਵਾਨ ਹੈ ਤੇ ਸੁਭਾਸ਼ਨੀ ਅਲੀ ਜਿਹੜੀ ਕਿ MP ਵੀ 3-4 ਵਾਰ ਰਹਿ ਚੁੱਕੀ ਹੈ, ਉਹ ਸਾਰੀਆਂ ਔਰਤਾਂ ਉੱਥੇ ਹਾਜ਼ਰ ਸਨ। ਤੇ ਉਹਨਾਂ ਨੇ, ਕਿਉਂਕਿ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਮੈਂ ਆਪ 3-4 ਜਿਹੜੀਆਂ ਵੂਮਨ ਸੰਸਦ ਹੋਈਆਂ ਨੇ, ਜਿਹੜੀਆਂ ਕੇਵਲ ਔਰਤਾਂ ਦੇ ਮੁੱਦਿਆਂ ਦੇ ਉੱਤੇ ਸੰਸਦ ਸਨ। 2009 ਦੇ ਵਿੱਚ ਇੱਕ ਵਾਰ ਸੰਸਦ ਕੀਤੀ ਅਸੀਂ, 2013 ਦੇ ਵਿੱਚ ਕੀਤੀ, ਫਿਰ ਅਸੀਂ 2016 ਦੇ ਵਿੱਚ 33% ਜਿਹੜਾ ਸੀ ਉਸਨੂੰ ਜਿਹੜਾ ਰਾਖਵਾਂਕਰਨ ਹੈ ਜਿਹੜਾ ਨਹੀਂ ਹੋਇਆ, ਮੋਦੀ ਸਰਕਾਰ ਨੇ ਵੀ ਨਹੀਂ ਕੀਤਾ, ਉਸਨੂੰ ਆਧਾਰ ਬਣਾ ਕੇ ਅਸੀਂ 2016 ਦੇ ਵਿੱਚ ਜਦੋਂ ਪੂਰੇ ਹੋ ਗਏ 33% ਨੂੰ, ਅਸੀਂ ਉਦੋਂ ਇੱਕ ਜਨ ਸੰਸਦ ਕੀਤੀ, ਵੂਮਨ ਜਨ ਸੰਸਦ। ਸੋ ਇਸ ਤਰੀਕੇ ਦੇ ਨਾਲ ਜਿਹੜੀ ਸਾਡਾ ਉੱਥੇ ਮੁੱਦਿਆਂ ਦੇ ਉੱਤੇ ਬਹਿਸ ਹੋਈ, ਜਿਹੜੀ ਸਾਡੀ ਕੁਐਸਚਨਏਅਰ ਜਿਹੜਾ ਕਾਲ ਸੀ, ਜ਼ੀਰੋ ਕਾਲ ਸੀ, ਕੁਐਸਚਨ ਆਰ ਸੀ, ਉਸ ਦੇ ਵਿੱਚ ਜਿਹੜਾ ਅਗਰ ਤੁਸੀਂ ਜਾਓਗੇ ਉਸਦੇ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਦੇਖਿਆ, ਉਹ ਇੰਨਾ ਕੁ ਰਿਚ ਸੀ, ਇੰਨਾ ਕੁ ਜ਼ਿਆਦਾ ਕੁਆਲਿਟੀ ਵਾਈਜ਼ ਜਿਸ ਨੂੰ ਅਸੀਂ ਕਵਾਂਗੇ ਹਾਈ ਲੈਵਲ ਦਾ ਸੀ, ਜਿਸ ਨੂੰ ਮੋਦੀ ਗਵਰਨਮੈਂਟ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ। ਉੱਥੇ ਨੋ ਡਾਊਟ ਏਜੰਸੀਆਂ ਵਗੈਰਾ ਦੇ ਬੰਦੇ, ਪੁਲਿਸ ਸੀ। ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ 200 ਔਰਤਾਂ ਦੀ ਸੰਸਦ ਲਈ ਬਹੁਤ ਸਾਰੇ ਬੈਰੀਕੇਡ ਤੋਂ ਜਿਹੜੇ ਕ੍ਰਾਸ ਕਰਕੇ, ਔਰ 30,000 ਜਿਹੜੇ ਸਾਡੇ ਪੁਲਿਸ ਵਾਲੇ ਸੀ ਉਹ ਡਿਪਲਾਈ ਕੀਤੇ, ਔਰ ਦਿੱਲੀ ਦੀਆਂ ਕੁਝ ਸਮਾਜਿਕ ਕਾਰਜਕਰਤਾ ਉਸ ਜਨ ਸੰਸਦ ਜੰਤਰ ਮੰਤਰ ਦੇ ਅੱਗੇ ਵੈਲਕਮ ਕਰਨ ਦੇ ਲਈ ਆਈਆਂ। ਉਹਨਾਂ ਨੂੰ ਪੁਲਿਸ ਨੇ ਫੜ ਲਿਆ ਔਰ ਉਹਨਾਂ ਨੂੰ ਅਰੈਸਟ ਕਰਕੇ ਉਹ ਜਿਹੜੇ ਥਾਣੇ ਦੇ ਵਿੱਚ ਲੈ ਗਈ, ਜਿਹੜਾ ਨੀਅਰੈਸਟ ਜਿਹੜਾ ਥਾਣਾ ਸੀ ਸਾਡਾ ਬਾਰਾਖੰਬਾ ਰੋਡ। ਸੋ ਉਹਦੀ ਅਸੀਂ ਵੀ ਨਿੰਦਾ ਪ੍ਰਸਤਾਵ ਪਾਸ ਕੀਤਾ। ਸੋ ਇਸ ਤਰ੍ਹਾਂ ਦੀ ਜਿਹੜੀ ਹੈ ਬੜੀ ਹੀ ਰੌਚਿਕ, ਬੜੀ ਹਾਈ ਲੈਵਲ ਦੀ ਜਿਹੜੀ ਇਹ ਸੰਸਦ ਸੀ, ਜਿਸ ਦੇ ਵਿੱਚ ਕੁਆਲਿਟੀ ਬੜੀ ਜਿਹੜੀ ਹੈ ਉੱਪਰ ਦੀ ਸੀ। ਸੁਰਿੰਦਰ ਜੀ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੀ ਹਾਂ, ਕਿਉਂਕਿ ਤੁਸੀਂ ਇੱਕ ਐਗਰੀਕਲਚਰ ਮਿਨਿਸਟਰ ਦੀ ਭੂਮਿਕਾ ਨਿਭਾਈ ਇਸ ਸੰਸਦ ਦੇ ਵਿੱਚ। ਥੋੜ੍ਹਾ ਜਿਹਾ ਆਪਣੇ ਰੋਲ ਬਾਰੇ ਦੱਸੋ ਕਿ ਤੁਹਾਨੂੰ ਇਹ ਰੋਲ ਕਿਸੇ ਵੱਲੋਂ ਅਸਾਈਨ ਕੀਤਾ ਗਿਆ ਸੀ, ਤੁਸੀਂ ਵੋਲੰਟੀਅਰ ਕੀਤਾ ਸੀ, ਤੇ ਓਵਰਆਲ ਤੁਹਾਡਾ ਜਿਹੜਾ ਰੋਲ ਸੀ ਉਹ ਕਿਹੋ ਜਿਹਾ ਰਿਹਾ? ਨਵਜੋਤ ਜੀ, ਸਭ ਤੋਂ ਪਹਿਲਾਂ ਮੈਂ ਕੁਝ ਖਿਆਲ, ਕੁਝ ਸਵਾਲ ਦੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੇ ਰੂਬਰੂ ਮੈਂ ਹੋਈ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਭ ਨੂੰ ਸਤਿ ਸ੍ਰੀ ਅਕਾਲ। ਮੈਨੂੰ ਸੰਕੇਤਕ ਖੇਤੀਬਾੜੀ ਮੰਤਰੀ ਬਣ ਕੇ ਬਹੁਤ ਖੂਬਸੂਰਤ ਅਹਿਸਾਸ ਹੋਇਆ, ਜ਼ਿੰਮੇਵਾਰੀ ਦਾ ਵੀ, ਕਿਉਂਕਿ ਅਸੀਂ ਪਹਿਲੇ ਦਿਨ ਤੋਂ ਇਸ ਮੋਰਚੇ ਵਿੱਚ ਹਾਂ ਤੇ ਇਸ ਦੀ ਜ਼ਮੀਨ ਤਿਆਰ ਕਰਨ ਦੇ ਵਿੱਚ ਜਿਹੜਾ ਹੈਗਾ ਸ਼ੁਰੂ ਤੋਂ ਉਹ ਜਾਂਦੇ ਰਹੇ ਆ। ਤਾਂ ਜਿਹੜੇ 8 ਮਹੀਨੇ ਬਾਰਡਰ ਤੇ ਹੋਏ ਹੈ ਇਸ ਸੰਘਰਸ਼ ਦੇ, ਉਸ ਤੋਂ ਪਹਿਲਾਂ 2 ਮਹੀਨੇ ਜਿਹੜੇ ਪੰਜਾਬ ਦੇ ਵਿੱਚ ਚੱਲਦੇ ਰਹੇ ਆ ਪੱਕੇ ਮੋਰਚੇ, ਰੇਲਵੇ ਲਾਈਨਾਂ ਤੇ, ਪਟੜੀਆਂ ਤੇ ਬੈਠਣਾ, ਟੋਲ ਪਲਾਜ਼ੇ ਤੇ, ਜਿਹੜੇ ਮਾਲਸ ਨੇ ਉਹਨਾਂ ਦੇ ਅੱਗੇ BJP ਦੇ ਮੰਤਰੀਆਂ ਦੇ ਘਰਾਂ ਦੇ ਅੱਗੇ ਮੋਰਚੇ ਲਾਉਣੇ, ਤਾਂ ਰਿਲਾਇੰਸ ਪੈਟਰੋਲ ਪੰਪਸ ਦੇ ਅੱਗੇ ਲਾਉਣੇ ਧਰਨੇ। ਉਹਦੇ ਵਿੱਚੋਂ, ਇਸ ਲੰਬੇ ਸੰਘਰਸ਼ ਦੇ ਵਿੱਚੋਂ ਨਿਕਲ ਕੇ ਅਸੀਂ ਗਏ ਹਾਂ। ਤਾਂ ਇਹ ਖੇਤੀਬਾੜੀ ਮੰਤਰੀ ਬਣਨਾ ਪ੍ਰਪੋਜ਼ ਕੀਤਾ ਹੋਣਾ ਕਿਸੇ ਨੇ, ਤੇ ਤਾਂ ਕਰਕੇ ਮੈਂ ਬਣੀ, ਤੇ ਮੈਨੂੰ ਇੱਕ ਖੂਬਸੂਰਤ ਮੌਕਾ ਮਿਲਿਆ ਖੇਤੀਬਾੜੀ ਮੰਤਰੀ ਦਾ। ਤੁਹਾਨੂੰ ਵੀ ਸਵਾਲ ਪੁੱਛੇ ਗਏ ਉੱਥੇ ਕੁਝ? ਨੈਚੁਰਲੀ ਜਦੋਂ ਇਹਦਾ ਜਿਹੜਾ ਹੈਗਾ ਅਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ ਤੇ ਬਹਿਸ ਸੀਗੀ, ਤੇ ਜਿਸ ਤਰ੍ਹਾਂ ਡਾਕਟਰ ਕਮਲ ਨੇ ਦੱਸਿਆ ਕਿ ਇੱਕ ਮੱਦ ਦੇ ਉੱਤੇ ਬਹੁਤ ਤਿੱਖੀ ਬਹਿਸ ਹੋਈ ਹੈ, ਔਰ ਇਸ ਤਰ੍ਹਾਂ ਦੀ ਬਹਿਸ ਔਰਤਾਂ ਦੀ ਜਨ ਸੰਸਦ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਇੱਕ ਨਮੂਨਾ ਪੇਸ਼ ਕੀਤਾ ਗਿਆ ਆ ਕਿ ਸੰਸਦ ਜਿਹੜੀ ਹੈ ਅਸਲ ਮਾਇਨਾ ਦੇ ਵਿੱਚ ਡੈਮੋਕ੍ਰੈਟਿਕ ਵੀ ਨਾਲ ਕਿਸ ਤਰ੍ਹਾਂ ਚੱਲਣੀ ਚਾਹੀਦੀ ਹੈ। ਉਹ ਜਿਹੜੇ ਤਿੱਖੇ ਸਵਾਲ ਸੀਗੇ ਉਹ ਮੈਂ ਉਦੋਂ ਨੋਟ ਕੀਤੇ ਸੀ, ਉਹਨਾਂ ਦੇ ਜਵਾਬ ਦਿੱਤੇ ਹੈ, ਤੇ ਸਵਾਲ ਜਿਹੜੇ ਇਹਦੇ ਵਿੱਚੋਂ ਉੱਠਦੇ ਆ ਇਸ ਐਕਟ ਦੇ ਵਿੱਚੋਂ, ਮੈਂ ਉਹਨਾਂ ਸਵਾਲਾਂ ਨੂੰ 2-4 ਨੂੰ ਸਾਰਿਆਂ ਨੂੰ ਪਤਾ ਲੱਗ ਜੂਗਾ ਕਿ ਔਰਤਾਂ ਨੇ ਉਹ ਕੋਈ ਵੀ ਅਜਿਹੀ ਮੱਦ ਨਹੀਂ ਛੱਡੀ
ਜਿਹਦੇ ਤੇ ਉਹਨਾਂ ਨੇ ਪੂਰੀ ਖੁੱਭ ਕੇ ਗੰਭੀਰ ਵਿਚਾਰ ਚਰਚਾ ਨਹੀਂ ਕੀਤੀ, ਤੇ ਜਿਹਦੇ ਵਿੱਚੋਂ ਸਾਡੇ ਹਿੰਦੁਸਤਾਨ ਦਾ, ਸਾਡੇ ਮੁਲਕ ਦਾ ਜਿਹੜਾ ਭਵਿੱਖ ਉਸਰਨ ਵਾਲਾ ਆ, ਉਸ ਦੇ ਤਿੱਖੇ ਜਿਹੜੇ ਪੈਣ ਵਾਲੇ ਅਸਰ ਨੇ, ਮਾੜੇ ਅਸਰ ਪੈਣ ਵਾਲੇ ਨੇ, ਉਹਦੇ ਤੇ ਸਵਾਲ ਕੀਤੇ। ਆਮ ਤੌਰ ਤੇ ਇਹ ਸਵਾਲ ਤਾਂ ਬਹੁਤ ਸਾਰਿਆਂ ਨੇ ਕੀਤਾ ਕਿ ਜਿਹੜੇ ਇਹ ਕਾਨੂੰਨ ਅਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ, ਬਈ ਇਹ ਦੱਸਿਆ ਜਾਵੇ, ਜਿਹੜੇ ਖੇਤੀਬਾੜੀ ਮੰਤਰੀ ਇਹ ਦੱਸਣ ਕਿ ਜਿਹੜਾ ਕੱਲ ਨੂੰ, ਕਿਉਂਕਿ ਇਹਦੇ ਵਿੱਚ ਇਹ ਹੈਗਾ ਕਿ ਪੂਰੇ ਸਾਰੇ ਅਨਾਜ 1955 ਦੇ ਵਿੱਚ ਕਾਨੂੰਨ ਬਣਿਆ ਅਸੈਂਸ਼ੀਅਲ ਕਮੋਡਿਟੀਜ਼ ਦਾ, ਵੀ ਉਹ ਬਣਿਆ ਕਿਉਂ, ਉਹਦੀ ਬੈਕਗ੍ਰਾਉਂਡ ਸੀਗੀ ਕਿ 1943 ਦੇ ਵਿੱਚ ਬੰਗਾਲ ਦੇ ਵਿੱਚ ਬੜਾ ਭਿਆਨਕ ਕਾਲ ਪਿਆ ਸੀਗਾ। ਉਸ ਕਾਲ ਦੇ ਦੌਰਾਨ ਵੀ ਜਿਹੜੇ ਲੋਕ ਥੋੜਾ ਬਹੁਤ ਜਿਹੜੇ ਸਟੋਰ ਕਰ ਲੈਂਦੇ ਸੀ, ਉਹਨਾਂ ਨੇ ਆਪਦੇ ਦਰਵਾਜ਼ੇ ਲੋਕਾਂ ਵਾਸਤੇ ਨਹੀਂ ਖੋਲੇ ਸੀ। 1947 ਦੇ ਉਜਾੜੇ ਦੇ ਭੰਨੇ ਹੋਏ ਲੋਕ ਜਿਹੜੇ ਸੀ, ਉਹ ਅਨਾਜ ਲਈ ਤਰਸ ਰਹੇ ਸੀ, ਤਾਂ ਕਿ ਲੋਕ ਜਿਹੜੇ ਨੇ, ਜਿਹੜੇ ਵਪਾਰੀ ਨੇ, ਉਹ ਅਨਾਜ ਨੂੰ ਸਟੋਰ ਨਾ ਕਰ ਲੈਣ, ਉਹਨਾਂ ਦੀ ਕਾਲਾ ਬਾਜ਼ਾਰੀ ਨਾ ਕਰ ਲੈਣ, ਤੇ ਉਹ ਆਪਦੇ ਫਾਇਦੇ ਲਈ ਜਿਹੜੇ ਲੋਕ ਨੇ ਉਹਨਾਂ ਨੂੰ ਭੁੱਖਮਰੀ ਵੱਲ ਨਾ ਧੱਕ ਦੇਣ। ਤਾਂ ਇਸ ਬੈਕਗਰਾਉਂਡ ਵਿੱਚੋਂ ਇਹ ਜਿਹੜਾ ਕਾਨੂੰਨ ਸੀ ਬਣਾਇਆ ਗਿਆ ਸੀ। ਇਹਦੇ ਵਿੱਚ ਕਾਲਾ ਬਾਜ਼ਾਰੀ ਕਰਨ, ਲੋੜ ਤੋਂ ਵੱਧ ਚੀਜ਼ਾਂ ਨੂੰ ਸਟੋਰ ਕਰਨ ਤੇ ਮੁਨਾਫੇ ਲਈ ਵੇਚਣ ਵਾਸਤੇ ਉਹਨਾਂ ਲਈ ਜਿਹੜਾ ਸੀਗਾ ਜੁਰਮਾਨਾ ਵੀ, ਹਰਜਾਨਾ ਵੀ, ਤੇ 7 ਸਾਲ ਤੱਕ ਦੀ ਕੈਦ ਦੀ ਵਿਵਸਥਾ ਕੀਤੀ ਗਈ ਸੀ। ਮੋਦੀ ਸਰਕਾਰ ਨੇ ਸਵਾਲ ਪੁੱਛੇ ਔਰਤ ਸੰਸਦਾ ਨੇ ਕਿ ਮੋਦੀ ਸਰਕਾਰ ਨੇ ਜਦੋਂ ਉਸ ਅਸੈਂਸ਼ੀਅਲ ਕਮੋਡਿਟੀਜ਼ ਦੀ ਲਿਸਟ ਵਿੱਚੋਂ ਸਾਰੇ ਅਨਾਜ ਤੇ ਜਿਹੜੇ ਅਸੀਂ ਵਰਤਦੇ ਤੇਲ ਦੇ ਬੀਜ, ਪੂਰੇ ਜਿਹੜੇ ਦਾਲਾਂ ਤੇ ਆਲੂ ਪਿਆਜ਼, ਉਹਨਾਂ ਨੂੰ ਕੱਢ ਦਿੱਤਾ ਗਿਆ, ਤਾਂ ਇੱਕ ਤਰ੍ਹਾਂ ਨਾਲ ਸਰਕਾਰ ਨੇ ਕਿਸਾਨਾਂ ਦਾ, ਮਜ਼ਦੂਰਾਂ ਦਾ ਤੇ ਹਿੰਦੁਸਤਾਨ ਦੇ ਸਾਰੇ ਮੁਲਕ ਦੇ ਉਪਭੋਗਤਾ ਦਾ ਰੋਟੀ ਨਾਲੋਂ ਜਿਹੜਾ ਰਿਸ਼ਤਾ ਆ ਉਹ ਤੋੜ ਦਿੱਤਾ, ਜਿਸ ਨੂੰ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਵਾਸਤੇ ਉਹ ਕਾਨੂੰਨ ਬਣਿਆ ਸੀ। ਮੋਦੀ ਸਰਕਾਰ ਨੇ 2020 ਦੇ ਵਿੱਚ ਫੇਰ ਸਾਰੇ ਮੁਲਕ ਨੂੰ ਭੁੱਖ ਵੱਲ ਧੱਕ ਦਿੱਤਾ ਹੈ। ਇਹ ਕਾਨੂੰਨ ਇਸ ਤਰ੍ਹਾਂ ਦਾ ਹੈ, ਤੇ ਖੇਤੀਬਾੜੀ ਮੰਤਰੀ ਇਹ ਦੱਸਣ ਕਿ ਉਹ ਕੱਲ ਨੂੰ ਲੋਕਾਂ ਨੂੰ ਭੁੱਖ ਤੋਂ ਕਿਵੇਂ ਬਚਾਉਣਗੇ। ਉਹਨਾਂ ਦੇ ਸਟੋਰਾਂ ਚੋਂ ਜਿਹੜੇ ਸਾਈਲੋ ਨੇ ਅੰਬਾਨੀਆਂ ਅਡਾਨੀਆਂ ਦੇ, ਉਹ ਸਾਈਲੋ ਦੇ ਵਿੱਚ ਜਿਹੜੀ ਕਪੈਸਿਟੀ ਹੈ ਸਟੋਰ ਕਰਨ ਦੀ, ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਹੈਗੀ ਹੈ ਕੋਈ 200 ਕੁਇੰਟਲ ਨਹੀਂ, ਕੋਈ 300 ਕੁਇੰਟਲ ਨਹੀਂ, ਕੋਈ 3000 ਕੁਇੰਟਲ ਨਹੀਂ, 60 ਲੱਖ ਮੀਟ੍ਰਿਕ ਟਨ ਦੀ ਕਪੈਸਿਟੀ ਹੈ ਉਹ ਉਹਨਾਂ ਨੂੰ ਸਟੋਰ ਕਰਨ ਦੀ। ਇਹ ਜਦੋਂ ਅਨਾਜ ਜਿਹੜਾ ਉਹ ਕਰਨਗੇ ਸਟੋਰ, ਫਿਰ ਉਹਨਾਂ ਦੀ ਜਿਹੜੀ ਸਰਕਾਰ ਦਾ ਕੰਟਰੋਲ ਨਹੀਂ ਹੈ ਉਹਦੇ ਉੱਤੇ, ਤਾਂ ਜਿਹੜੇ ਕਾਰਪੋਰੇਟਸ ਨੇ ਉਹ ਵੱਧ ਭਾਅ ਤੇ ਵੇਚਣਗੇ, ਲੋਕਾਂ ਦੀ ਲੁੱਟ ਕਰਨਗੇ, ਤਾਂ ਉਹ ਅੰਨ ਹੋਏਗਾ, ਅਨਾਜ ਹੋਏਗਾ, ਦਾਲਾਂ ਹੋਣਗੀਆਂ, ਬਹੁਤ ਹੋਣਗੀਆਂ, ਤੇਲ ਵੀ ਹੋਣਗੇ, ਤੇਲ ਦੇ ਬੀਜ ਵੀ ਹੋਣਗੇ, ਆਲੂ ਵੀ ਹੋਣਗੇ, ਪਿਆਜ਼ ਵੀ ਹੋਣਗੇ, ਪਰ ਹੋਣਗੇ ਕਾਰਪੋਰੇਟਸ ਦੇ ਸਾਈਲੋ ਵਿੱਚ, ਲੋਕਾਂ ਕੋਲ ਨਹੀਂ ਹੋਣਗੇ। ਲੋਕਾਂ ਦੀ ਜਿਹੜੀ ਖਰੀਦ ਸ਼ਕਤੀ ਹੈ ਉਹ ਨਹੀਂ ਹੋਏਗੀ, ਕਿਉਂਕਿ ਆਪਾਂ ਨੇ ਪਿਛਲੇ ਸਮਿਆਂ 'ਚ ਦੇਖਿਆ ਕਿ COVID-19 ਦੇ ਵਿੱਚ ਲੱਖਾਂ ਲੋਕਾਂ ਦਾ ਰੁਜ਼ਗਾਰ ਚਲੇ ਗਿਆ ਹੈ। ਉਹ ਹੁਣ ਵੀ ਭੁੱਖ ਦੀ ਕਗਾਰ, ਜਿਹੜਾ ਹੰਗਰ ਗਲੋਬਲ ਹੰਗਰ ਇੰਡੈਕਸ ਹੈ ਉਹਦੇ ਅਨੁਸਾਰ 107 ਦੇਸ਼ ਜਿਹੜੇ ਕਿ ਭੁੱਖ ਨਾਲ ਜੂਝ ਰਹੇ, ਉਹਨਾਂ ਦੇ ਵਿੱਚੋਂ ਇੰਡੀਆ ਦਾ ਨੰਬਰ ਹੁਣ ਵੀ 94 ਹੈ। ਇਹਦਾ ਮਤਲਬ ਕਿ 93 ਦੇਸ਼ ਸਾਡੇ ਨਾਲੋਂ ਖਾਦ ਪਦਾਰਥਾਂ ਵਿੱਚ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਨੇ। ਹੁਣ ਵੀ ਦੇਸ਼ ਜਿਹੜਾ ਭੁੱਖ, ਇਸੇ ਦੇਸ਼ ਨੂੰ ਮੋਦੀ ਸਰਕਾਰ ਨੇ ਭੁੱਖ ਦੇ ਵੱਲ ਇਹਨੂੰ ਧੱਕਿਆ ਜਾ ਰਿਹਾ ਕਿ ਭੁੱਖ ਤੋਂ ਕਿਵੇਂ ਬਚਾਇਆ ਜਾ ਸਕਦਾ। ਇਹ ਜਿਹੜਾ ਕਾਨੂੰਨ ਹੈ ਇਹ ਕਾਰਪੋਰੇਟਸ ਦੇ ਫਾਇਦਿਆਂ ਲਈ ਹੈ, ਉਹਨਾਂ ਦੀ ਗਰੰਟੀ ਕਰਦਾ ਆ, ਉਹਨਾਂ ਲਈ ਵਰਦਾਨ ਆ, ਪਰ ਕਿਰਤੀਆਂ ਦੀ, ਕਿਸਾਨਾਂ ਦੀ, ਉਪਭੋਗਤਾਵਾਂ ਦੀ, ਸਾਰੇ ਦੀ ਮੌਤ ਦਾ ਵਾਰੰਟ ਆ। ਇਹ ਵਾਰੰਟ ਨੂੰ ਔਰਤਾਂ ਨੇ ਨਕਾਰਿਆ ਆ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਦੇਸ਼ ਨੂੰ ਭੁੱਖਾ ਨਹੀਂ ਮਰਨ ਦੇਣਗੀਆਂ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਔਰਤਾਂ ਮਰਨਗੀਆਂ, ਮਜ਼ਦੂਰ ਔਰਤਾਂ ਮਰਨਗੀਆਂ, ਬੱਚੇ ਮਰਨਗੇ, ਤੇ ਫਿਰ ਜਿਹੜੇ ਮਜ਼ਦੂਰ, ਕਿਸਾਨ, ਛੋਟੇ ਵਪਾਰੀ,
ਇਹ ਪਰਿਵਾਰ ਤਬਾਹ ਹੋਣਗੇ। ਇਸ Okay. ਤਬਾਹੀ ਤੋਂ ਬਚਾਉਣ ਲਈ ਖੇਤੀਬਾੜੀ ਮੰਤਰੀ ਜਵਾਬ ਦੇਣ ਕਿ ਉਹਨਾਂ ਕੋਲ ਕੀ ਸੀ। ਓਕੇ ਸੁਰਿੰਦਰ ਜੀ, ਅੱਗੋਂ ਵੀ ਮੇਰੀ ਦਿੱਤਾ ਇਸੇ ਗੱਲ ਦੀ ਉਤਸੁਕਤਾ ਆ ਕਿ ਜਿਹੜੇ ਅਸਲ ਦੇ ਵਿੱਚ ਖੇਤੀ ਮੰਤਰੀ ਹੈਗੇ ਭਾਰਤ ਦੇ, ਉਹਨਾਂ ਨੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਸਟੀਫਾਈ ਕਰਨਾ, ਪਰ ਤੁਸੀਂ ਇਸ ਦੇ ਖਿਲਾਫ ਬੋਲਣਾ ਸੀ। ਉਹੋ ਜਿਹੇ ਹੀ ਤੁਹਾਨੂੰ ਸਵਾਲ ਪੁੱਛੇ ਗਏ ਹੋਣਗੇ। ਸੋ ਤੁਹਾਡੇ ਜਿਹੜੇ ਜਵਾਬ ਸੀ ਉਹ ਕਿਸ ਤਰੀਕੇ ਦੇ ਸੀ? ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਉਸ ਚੀਜ਼ ਨੂੰ ਕੰਡੈਮ ਕਰ ਰਹੇ ਸੀ ਜਾਂ ਇੱਕ ਸੰਸਦ ਦੇ ਤੌਰ ਦੇ ਉੱਤੇ ਜੋ ਕਾਨੂੰਨ ਦੇ ਵਿੱਚ ਚੇਂਜਿਸ ਕੀਤੀਆਂ ਗਈਆਂ, ਜਿਹੜੇ ਕਾਨੂੰਨ ਬਣਾਏ ਗਏ ਆ, ਜਾਂ ਤੁਸੀਂ ਉਹਨਾਂ ਦਾ ਮਖੌਲ ਉਡਾ ਰਹੇ ਸੀ? ਮੈਂ ਤੁਹਾਡਾ ਰੋਲ ਜਾਣਨਾ ਚਾਹੁੰਦੀ ਹਾਂ ਕਿਉਂਕਿ ਸਾਰਿਆਂ ਨੇ ਤੁਹਾਡੀਆਂ ਉਹ ਜਿਹੜੀਆਂ ਪੂਰੀਆਂ ਲਾਈਵ ਵੀਡੀਓਜ਼ ਰਿਕਾਰਡਿੰਗਸ ਨਹੀਂ ਦੇਖੀਆਂ। ਤੁਹਾਡੀ ਜਿਹੜੀ ਭੂਮਿਕਾ ਸੀ ਉਹ ਕੀ ਸੀ? ਉਹਨਾਂ ਨੂੰ ਕੰਡੈਮ ਕਰਨ ਦੀ ਸੀ, ਮਖੌਲ ਉਡਾਉਣ ਦੀ ਸੀ, ਜਾਂ ਕੀ ਸੀ? ਮੇਰੀ ਭੂਮਿਕਾ ਸੀ ਕਿ ਇਹ ਜਿਹੜਾ ਕਾਲਾ ਕਾਨੂੰਨ ਹੈ, ਇਸੇ ਕਰਕੇ ਹੈ ਕਿ ਇਹਨੇ ਲੋਕਾਂ ਦੀਆਂ ਜ਼ਿੰਦਗੀਆਂ, ਕਿਰਤੀਆਂ ਦੀਆਂ ਜ਼ਿੰਦਗੀਆਂ ਕਾਲੀਆਂ ਕਰ ਦੇਣੀਆਂ ਨੇ। ਤਾਂ ਇਸ ਜਿਹੜਾ ਕਾਨੂੰਨ ਹੈ ਵੀ ਮੈਂ ਭਾਵੇਂ ਸੰਕੇਤਕ ਖੇਤੀਬਾੜੀ ਮੰਤਰੀ ਹਾਂ, ਮੈਂ ਇਸ ਕਾਨੂੰਨ ਨੂੰ ਤੁਰੰਤ ਰੱਦ ਕਰਦੀ ਹਾਂ ਕਿਉਂਕਿ ਇਹ ਮੇਰੇ ਦਾ ਸੰਵਿਧਾਨ ਬਚਾਉਣ ਦਾ ਸਵਾਲ ਹੈ, ਮੇਰੇ ਮੁਲਕ ਦਾ ਲੋਕਤੰਤਰ ਬਚਾਉਣ ਦਾ ਸਵਾਲ ਹੈ, ਮੇਰੇ ਮੁਲਕ ਦਾ ਜਿਹੜਾ ਹੈ ਕਿ ਰੋਟੀ ਦੇ ਅਧਿਕਾਰ ਦਾ ਸਵਾਲ ਹੈ। ਇਸ ਕਰਕੇ ਮੈਂ ਇਸ ਨੂੰ ਰੱਦ ਕਰਦੀ ਹਾਂ। ਮੈਂ ਉਹਨਾਂ ਦਾ ਮਖੌਲ ਜਿਹੜਾ ਆ ਉਹ ਨਹੀਂ ਉਡਾਇਆ ਕਿਉਂਕਿ ਅਸਲ ਦੇ ਵਿੱਚ ਏਦਾਂ ਸੀ ਕਿ ਮੈਨੂੰ ਸਪੀਕਰ ਸਾਹਿਬਾਂ ਨੇ 3 ਮਿੰਟ ਦਿੱਤੇ ਸੀ ਬੋਲਣ। ਮੈਂ ਇਹ ਕਿਹਾ ਕਿ ਬਾਬਾ ਫਰੀਦ ਜੀ ਲਿਖਦੇ ਹੈ ਕਿ ਜੋ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ, ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇ। ਤਾਂ ਜੇ ਮੈਂ ਖੇਤੀਬਾੜੀ ਮੰਤਰੀ ਹਾਂ, ਜੇ ਮੇਰੇ ਹੱਥ ਦੇ ਵਿੱਚ ਕਲਮ ਹੈ ਤੇ ਮੈਂ ਆਪਣੇ ਹੀ ਮੁਲਕ ਦੇ ਕਰੋੜਾਂ ਲੋਕਾਂ ਦੀ ਜਿਹੜੀ ਕਿਸਮਤ ਹੈ ਉਹ ਕਾਲੀ ਨਹੀਂ ਲਿਖ ਸਕਦੀ। ਬਹੁਤ ਖੂਬ, ਬਹੁਤ ਵਧੀਆ। ਇਸ ਕਾਨੂੰਨ ਨੂੰ ਮੈਂ ਰੱਦ ਕਰਦੀ ਹਾਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ। ਡਾਕਟਰ ਕੰਵਲਜੀਤ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹਾਂ, ਜੇ ਤੁਸੀਂ ਥੋੜ੍ਹਾ ਹੋਰ ਐਕਸਪਲੇਨ ਕਰ ਸਕੋ। ਮੇਰੇ ਮਨ ਦੇ ਵਿੱਚ ਬਾਰ-ਬਾਰ ਇਹ ਸਵਾਲ ਆ ਰਿਹਾ, ਕਈ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਆ ਰਹੀ ਹੋਏਗੀ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਔਰਤਾਂ ਦੀ ਵੱਡੀ ਸ਼ਮੂਲੀਅਤ ਹੈ, ਔਰਤਾਂ ਪਹਿਲੇ ਦਿਨ ਤੋਂ ਨਾਲ ਬੈਠੀਆਂ ਨੇ, ਸਭ ਕੁਝ ਕਰ ਰਹੀਆਂ ਨੇ, ਫਿਰ ਇਹ ਔਰਤਾਂ ਦੀ ਵੱਖਰੀ ਪਾਰਲੀਮੈਂਟ ਬਣਾਉਣ ਦਾ ਜਿਹੜਾ ਮਕਸਦ ਸੀ ਉਹ ਕੀ ਸੀ? ਜੀ ਬਹੁਤ ਹੀ ਅਹਿਮ ਸਵਾਲ ਹੈ ਨਵਜੋਤ ਤੁਹਾਡਾ। ਉਹ ਇਸ ਕਰਕੇ ਵੀ ਸੀ ਕਿ ਜਦੋਂ ਔਰਤਾਂ, ਜਿਸ ਤਰ੍ਹਾਂ 22 ਜੁਲਾਈ ਨੂੰ 23 ਜੁਲਾਈ ਨੂੰ ਵੀ ਔਰਤਾਂ ਥੋੜੀ ਗਿਣਤੀ 'ਚ ਗਈਆਂ ਬਹੁਤ, ਕਿਉਂਕਿ ਇਹ ਪੰਜਾਬ, ਹਰਿਆਣਾ ਔਰ ਦੂਸਰੇ ਹਿੰਦੁਸਤਾਨ ਦੀਆਂ ਸਾਰੀਆਂ ਘੱਟੋ ਮਤਲਬ 32 ਜਥੇਬੰਦੀਆਂ ਨੇ ਪੰਜਾਬ ਦੀਆਂ, ਔਰ ਹਰਿਆਣੇ ਦੀਆਂ ਮਿਲ ਕੇ 40 ਹੋ ਜਾਂਦੀਆਂ ਨੇ, ਤੇ ਫਿਰ ਹਿੰਦੁਸਤਾਨ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਮਿਲ ਕੇ 500 ਤੋਂ ਉੱਪਰ ਆਰਗੇਨਾਈਜੇਸ਼ਨ ਨੇ। ਇਸ ਜਿਹੜੀ ਸਾਡੀ ਸੰਸਦ ਸੀ, ਇਸ ਦੇ ਵਿੱਚ 22 ਜੁਲਾਈ ਨੂੰ ਵੀ ਔਰਤਾਂ ਗਈਆਂ ਨੇ, 23 ਨੂੰ ਵੀ ਗਈਆਂ ਨੇ, ਪਰ ਥੋੜੀ ਗਿਣਤੀ 'ਚ ਗਈਆਂ ਨੇ ਕਿਉਂਕਿ ਕਿਸਾਨ ਲਈ ਇੰਨਾ ਵੱਡਾ ਉਤਸ਼ਾਹ ਸੀ ਪਾਰਲੀਮੈਂਟ ਵੱਲ ਮਾਰਚ ਕਰਨ ਦੇ ਲਈ। ਹਰਿਆਣਾ, ਪੰਜਾਬ ਕਿਉਂਕਿ ਨਜ਼ਦੀਕ ਹੈ, ਉੱਤਰਾਖੰਡ ਤੇ ਯੂਪੀ, ਉਹਦੇ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਹਿੱਸਾ ਲੈਂਦੇ ਸਨ। ਪਰ ਜਿਸ ਤਰ੍ਹਾਂ 26 ਜਨਵਰੀ ਦਾ ਘਟਨਾਕ੍ਰਮ ਹੋਇਆ, ਉਹਦੇ ਲਈ ਕਿਸਾਨ ਮੋਰਚੇ ਦੇ ਲੀਡਰਸ਼ਿਪ ਨੇ ਬੜਾ ਹੀ ਅੱਛਾ ਫੈਸਲਾ ਕੀਤਾ ਕਿ ਨਹੀਂ, 200 ਦੀ ਗਿਣਤੀ ਦੇ ਵਿੱਚ ਆਪਣੇ ਜੱਥੇ ਭੇਜਾਂਗੇ, ਹੋ ਸਕਦਾ 1 ਸਾਲ ਤੱਕ ਭੇਜਦੇ ਰਹਿਣ। ਸੋ ਉਹਦੇ ਵਿੱਚ ਫਿਰ ਔਰਤਾਂ ਦੀ ਸ਼ਮੂਲੀਅਤ ਬੜੀ ਥੋੜੀ ਹੁੰਦੀ ਸੀ, ਨਗੂਣੀ ਸੀ, ਤੇ ਮਰਦ ਕਿਸਾਨਾਂ ਦੀ ਸ਼ਮੂਲੀਅਤ ਜ਼ਿਆਦਾ ਹੁੰਦੀ ਸੀ। ਤੇ ਉਹਨਾਂ ਨੇ ਕਹੀ ਕਿ 2 ਦਿਨ ਅਸੀਂ ਕੇਵਲ ਤੇ ਕੇਵਲ ਔਰਤਾਂ ਨੂੰ ਦੇਣੇ ਆ। ਇੱਕ ਇੰਡੀਕੇਸ਼ਨ ਵੀ ਸੀ ਕਿ ਔਰਤ ਦੇ ਚੱਲੇ ਚਲਾਏ ਨਹੀਂ ਚੱਲਦੀਆਂ, ਔਰਤਾਂ ਦਾ ਆਪਣਾ ਦਿਮਾਗ ਹੈ, ਆਪਣਾ ਅਸਤਿਤਵ ਹੈ। ਕਿਸਾਨ ਔਰਤਾਂ ਨੂੰ ਕੋਈ ਪੜ੍ਹਾ ਕੇ ਜਾਂ ਉਹਨਾਂ ਦੇ ਕਹੇ ਤੇ ਬੋਲ ਕੇ ਉਹ ਨਹੀਂ ਬੋਲਦੀਆਂ। ਮੈਂ ਨਵਜੋਤ, ਜਿਸ ਤਰ੍ਹਾਂ ਸੁਰਿੰਦਰ ਨੇ ਬੜੇ ਦੇ ਉਠਾਏ, ਮੈਂ ਉਹਦੇ ਵਿੱਚ ਸਿਰਫ ਇੱਕ ਸਪਲੀਮੈਂਟ ਕਰਨਾ ਚਾਹੁੰਦੀ ਹਾਂ ਕਿ ਜਿਹੜਾ 1932 ਦੇ ਵਿੱਚ 1932-33 ਦੇ ਵਿੱਚ ਅੰਗਰੇਜ਼ ਕਾਨੂੰਨ ਲੈ ਕੇ ਆਏ ਸਨ, ਤੇ ਉਸ ਦੇ ਲਈ
ਵਿੱਚ ਪਹਿਲੀ ਔਰਤਾਂ ਨੇ ਅਗੇਂਸਟ ਬ੍ਰਿਟਿਸ਼ ਫਾਈਟ ਕੀਤੀ ਸੀ, that was 1939 ਤੇ 1942 ਕਾਲ ਪੈਂਦਾ ਹੈ ਤੇ ਉਸ ਐਕਟ ਦੇ ਵਿੱਚ ਇਹ ਸੀ ਕਿ ਜਿਹੜੇ ਅੰਗਰੇਜ਼ ਨੇ ਉਹ ਜਿੰਨਾ ਮਰਜੀ ਵਧੀਆ ਚਾਵਲ ਜਿਹੜਾ ਹੈ ਇੰਗਲੈਂਡ ਨੂੰ ਭੇਜ ਸਕਦੇ ਨੇ ਤੇ ਉੱਥੇ ਭੁੱਖਮਰੀ ਸੀ ਤੇ ਉਹਨਾਂ ਨੇ ਇੰਗਲੈਂਡ ਵਾਲਿਆਂ ਨੇ ਜਿਹੜੀ ਗਵਰਨਮੈਂਟ ਸਾਡੀ ਇੱਥੇ ਸਰਕਾਰ ਸੀ ਜਿਹੜੀ ਸਾਡੀ ਬ੍ਰਿਟਿਸ਼ ਦੀ, ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਜ਼ਿਆਦਾ ਅਨਾਜ ਖਾਂਦੇ ਹੋ, ਇਸ ਕਰਕੇ ਭੁੱਖਮਰੀ ਹੈ। ਜਿਹੜਾ ਹੈ ਬੀਜੇਪੀ ਦੇ ਬਹੁਤ ਸਾਰੇ ਮਿਨਿਸਟਰਸ ਨੇ ਕਿਹਾ ਕਿ ਜਿਹੜੇ ਕਿਸਾਨ ਨੇ ਉਹ ਤੇ ਮੋਟਾ ਅਨਾਜ ਖਾਂਦੇ ਨੇ ਤੇ ਬਹੁਤ ਜ਼ਿਆਦਾ ਅਨਾਜ ਖਾਂਦੇ ਨੇ, ਇਸ ਕਰਕੇ ਜਿਹੜੀ ਹੈ ਭੁੱਖਮਰੀ ਹੈ। ਵਰਕਿੰਗ ਕਲਾਸ ਜਿਹੜੀ ਮਜ਼ਦੂਰ ਜਮਾਤ ਹੈ ਉਹ ਬਹੁਤ ਜ਼ਿਆਦਾ ਜਿਹੜਾ ਅਨਾਜ ਜਿਹੜਾ ਹੈ ਜਿਵੇਂ ਸਾਡਾ ਫੂਡ ਗ੍ਰੇਨ ਸਾਡਾ ਗੇਹੂੰ ਹੋ ਗਿਆ, ਚਾਵਲ ਹੋ ਗਿਆ, ਤੇ ਸੇਮ ਉਹਨਾਂ ਨੇ ਇੱਕ ਇਹ ਦਿੱਤੀ ਜਿਹੜੀ ਹੈ ਸਟੇਟਮੈਂਟ। ਤੇ ਨੂਪੀ ਲਾਨ ਇੱਕ ਮਹਿਲਾ ਸੀ ਜਿਸ ਨੇ ਬ੍ਰਿਟਿਸ਼ ਨੂੰ ਲਲਕਾਰ ਕੇ ਤੇ ਉਹਦੇ ਖਿਲਾਫ ਇਹ ਕਿਹਾ ਕਿ ਤੁਸੀਂ ਸਾਡਾ ਵਧੀਆ ਚਾਵਲ ਬਾਹਰ ਨਹੀਂ ਲਿਜਾ ਸਕਦੇ। ਮੈਂ ਗੱਲ ਇਹ ਕਹਿਣਾ ਚਾਹਨੀ ਹੈ ਕਿ ਸੇਮ ਮੋਦੀ ਗਵਰਨਮੈਂਟ ਨੇ ਕਾਨੂੰਨ ਇਹ ਪਾਸ ਕੀਤੇ ਕਿ ਜਿਹੜੀ ਐਮਰਜੈਂਸੀ ਦਾ ਦੌਰ ਹੈ, ਜਦੋਂ ਸਾਡਾ ਆਪਾਤਕਾਲ ਹੁੰਦਾ ਹੈ, ਕੋਈ ਜਿਹੜਾ ਹੈ ਸਾਡਾ ਕੋਈ ਕਿਸੇ ਵੀ ਤਰ੍ਹਾਂ ਦੀ ਵਾਰ ਹੁੰਦੀ ਹੈ ਜਾਂ ਕੋਈ ਹੋਰ ਜਿਹੜੀਆਂ ਐਮਰਜੈਂਸੀ ਦੀਆਂ ਉਹਦੇ ਵਿੱਚ ਵੀ ਜਿਹੜੇ ਕਾਰਪੋਰੇਟ ਨੇ ਇਹ ਐਕਸਪੋਰਟ ਕਰ ਸਕਦੇ ਨੇ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ 60 ਲੱਖ ਮੀਟ੍ਰਿਕ ਟਨ ਜਿਹੜਾ ਅਨਾਜ ਉਹ ਆਪਣੇ ਇੱਕ ਸੈਲੋ ਦੇ ਵਿੱਚ ਇਕੱਠਾ ਕਰ ਸਕਦੇ ਨੇ, ਹਨਾ ਜੀ। ਤੇ ਇਹ ਬਿਲਕੁਲ ਮੋਦੀ ਗਵਰਨਮੈਂਟ ਜਿਸ ਤਰ੍ਹਾਂ ਬ੍ਰਿਟਿਸ਼ ਜਿਸ ਨੇ ਸਾਨੂੰ ਗੁਲਾਮ ਬਣਾਈ ਰੱਖਿਆ, ਇਹ ਸਾਨੂੰ ਜਿਹੜੀ ਇੱਕ ਆਰਥਿਕ ਗੁਲਾਮੀ ਦੇ ਕਗਾਰ ਦੇ ਉੱਤੇ ਲਿਆ ਕੇ ਖੜਾ ਕਰ ਰਹੀ ਹੈ। ਹੁਣ ਅੱਜ ਦੀ ਲੜਾਈ ਜਿਹੜੀ ਕਿਸਾਨ ਦੀ ਹੈ ਉਹ ਕੇਵਲ ਤੇ ਕੇਵਲ ਜਿਹੜੀ ਹੈ ਉਹ ਨਾ ਪੰਜਾਬ ਦੀ ਹੈ, ਨਾ ਹਰਿਆਣਾ ਦੀ, ਨਾ ਹਿੰਦੁਸਤਾਨ, ਇਸ ਸਮੁੱਚੇ ਵਿਸ਼ਵ ਨੂੰ ਦਿਖਾਉਂਦੀ ਲੜਾਈ ਹੈ, ਸਾਰੇ ਹਿੰਦੁਸਤਾਨ ਦੀ ਲੜਾਈ ਹੈ। ਜਿਹੜਾ ਤੁਸੀਂ ਸਵਾਲ ਸਿੱਧਾ ਮੈਨੂੰ ਕੀਤਾ ਹੈ ਉਹ ਇਹ ਹੈ ਕਿ ਇੱਕ ਹੋਰ ਜਿਹੜੀ ਮੈਂ ਤੁਹਾਨੂੰ ਆਰਗੇਨਾਈਜ਼ਿੰਗ ਟੀਮ, ਤੁਸੀਂ ਸੁਰਿੰਦਰ ਜੀ ਨੂੰ ਵੀ ਸੀ, ਇੱਕ ਸਟੀਅਰਿੰਗ ਕਮੇਟੀ ਬਣਦੀ ਹੈ, ਉਹਦੇ ਵਿੱਚ ਇੱਕ ਹਾਊਸ ਫੈਸਲਾ ਕਰਦਾ ਹੈ ਕਿ ਕੌਣ ਜਿਹੜਾ ਹੈ ਜਿਸ ਤਰ੍ਹਾਂ ਮੈਂ ਡਿਪਟੀ ਜਿਹੜਾ ਸਪੀਕਰ ਕੀਤੀ, ਮੇਰੇ ਨਾਲ ਸਪੀਕਰ ਮੇਰੇ ਦਾ ਪਾਟੇਕਰ ਸਨ, ਅਸੀਂ ਆਪਣੀ ਜਿਹੜੀ ਹੈ ਸਟੇਜ ਸ਼ੇਅਰ ਕੀਤੀ। ਮੇਰੇ ਨਾਲ ਇੱਕ ਯੰਗ ਲੜਕੀ ਹਰਿਆਣਾ ਤੋਂ ਸੀ, ਅਨੁਰਾਧਾ, ਅਸੀਂ ਤਿੰਨਾਂ ਨੇ ਉਹ ਸਹਾਇਕ ਦੇ ਤੌਰ ਤੇ ਸਾਡੇ ਨਾਲ ਸਨ। ਤੇ ਸਾਡੇ ਵਾਲੇ ਸੈਸ਼ਨ ਦੇ ਵਿੱਚ ਨਿਸ਼ਾ ਸਿੱਧੂ ਜੈਪੁਰ ਤੋਂ ਆਪਣੇ ਐਗਰੀਕਲਚਰ ਮਿਨਿਸਟਰ ਦੀ ਭੂਮਿਕਾ ਦੇ ਵਿੱਚ ਸਨ। 3rd ਸੈਸ਼ਨ ਦੇ ਵਿੱਚ ਉਹਨਾਂ ਨੇ ਪਹਿਲਾਂ ਤੋਮਰ ਦੀ ਭੂਮਿਕਾ ਨਿਭਾਈ ਬੜੇ ਡਰਾਮੈਟਿਕ ਢੰਗ ਨਾਲ, ਤੇ ਫਿਰ ਉਹਨਾਂ ਨੇ ਕਿਸਾਨਾਂ ਦੇ ਜਿਹੜਾ ਮਿਨਿਸਟਰ ਦੇ ਤੌਰ ਤੇ ਪੇਸ਼ ਹੋਏ ਕਿ ਮੈਂ ਕਿਸਾਨਾਂ ਦਾ ਮਿਨਿਸਟਰ ਤੇ ਮੈਂ ਕਰਾਂਗਾ। ਤੇ ਪਹਿਲਾਂ ਉਸਨੇ ਕਾਰਪੋਰੇਟ ਦੇ ਮਿਨਿਸਟਰ ਦੇ ਤੌਰ ਤੇ ਭੂਮਿਕਾ ਨਿਭਾਈ। ਤੇ ਜਿਹੜੀ ਔਰਤਾਂ ਦੀ ਜਿਹੜੀ ਕਰਨ ਦਾ ਮਤਲਬ ਇਹ ਸੀ ਕਿ ਔਰਤਾਂ ਸਿੱਧੇ ਤੌਰ ਤੇ ਜਿਹੜੀ ਮੋਦੀ ਸਰਕਾਰ ਨੂੰ ਉਸ ਦੇ ਵਿੱਚ ਲਲਕਾਰਿਆ। ਉਹ ਇਹ ਕਹਿੰਦੇ ਨੇ ਕਿ ਔਰਤਾਂ ਤਾਂ ਚੁੱਲ੍ਹੇ ਦੇ ਉੱਤੇ ਰੋਟੀ ਪਕਾਉਂਦੀਆਂ ਨੇ, ਬਸ ਉਹ ਤਾਂ ਰਸੋਈ ਤੱਕ ਨੇ। ਔਰਤਾਂ ਨੇ ਕਿਹਾ ਨਹੀਂ, ਜੇ ਅਸੀਂ ਚੁੱਲ੍ਹਾ ਚਲਾ ਸਕਦੀਆਂ, ਅਸੀਂ ਸੰਸਦ ਵੀ ਚਲਾ ਸਕਦੀਆਂ, ਅਸੀਂ ਖੇਤ ਖਲਿਆਣ ਦੇ ਵਿੱਚ ਜਿਹੜਾ ਹੈ ਆਪਣਾ ਖੇਤੀ ਕਰ ਸਕਦੀਆਂ ਤੇ ਸੰਸਦ ਚਲਾਉਣੀ ਸਾਡੇ ਲਈ ਕੋਈ ਵੱਡੀ। ਸੋ ਇਸ ਕਰਕੇ ਕੇਵਲ ਤੇ ਕੇਵਲ ਔਰਤਾਂ ਨੂੰ ਦਿੱਤਾ, ਔਰ ਇਹ ਬਹੁਤ ਹੀ ਅੱਛਾ ਰਿਸਪੈਕਟੇਬਲ ਔਰ ਹੈਲਦੀ ਜਿਹੜਾ ਹੈ ਇਸਦੀ ਜਿਹੜਾ ਹੈ ਇੱਕ ਮੈਸੇਜ ਗਿਆ ਪਾਰਲੀਮੈਂਟ ਨੂੰ ਵੀ, ਸਾਡੇ ਦੇਸ਼ ਦੇ ਲੋਕਾਂ ਨੂੰ ਵੀ। ਸੋ ਇਹ ਬੜਾ ਇੱਕ ਅੱਛੇ ਤਰੀਕੇ ਦੇ ਨਾਲ ਔਰਤਾਂ ਨੇ ਪਾਰਲੀਮੈਂਟ ਚਲਾ ਕੇ ਦਿਖਾ ਦਿੱਤਾ ਕਿ ਇਸ ਅਸੈਂਸ਼ੀਅਲ ਕਮੋਡਿਟੀ ਐਕਟਸ ਨੇ ਸਾਡੇ, ਕਿਉਂਕਿ ਨਵਜੋਤ ਜਿਵੇਂ ਤੁਸੀਂ ਵੀ ਜਾਣਦੇ ਹੋ, ਬਹੁਤ ਸਾਰੇ ਤੁਸੀਂ ਔਰਤਾਂ ਦੇ ਜਿਹੜੇ ਪ੍ਰੋਗਰਾਮ ਕਰਦੇ ਹੋ, ਹਿੰਦੁਸਤਾਨ ਦੀਆਂ ਔਰਤਾਂ ਕੁਪੋਸ਼ਣ ਦੇ ਵਿੱਚ, ਜਿਸ ਤਰ੍ਹਾਂ ਸੁਰਿੰਦਰ ਹੋਰਾਂ ਨੇ ਕਿਹਾ ਕਿ 84ਵਾਂ ਸਥਾਨ ਹੈ 110 ਦੇਸ਼ਾਂ ਦੇ ਵਿੱਚੋਂ, ਸਾਡੇ ਤੋਂ ਅੱਛਾ ਖਾਂਦੇ ਨੇ। ਬੰਗਲਾਦੇਸ਼ ਦਾ ਸੋਸ਼ਲ ਇੰਡੈਕਸ ਸਾਡੇ ਤੋਂ ਵਧੀਆ ਹੈ, ਈਵਨ ਪਾਕਿਸਤਾਨ ਦਾ ਸੋਸ਼ਲ ਇੰਡੈਕਸ ਸਾਡੇ ਤੋਂ ਵਧੀਆ ਹੈ, ਤੇ ਹਿੰਦੁਸਤਾਨ ਉਸ ਤੋਂ ਪਿੱਛੇ ਹੈ। ਤੇ ਔਰਤਾਂ ਜਿਹੜੀਆਂ ਹਿੰਦੁਸਤਾਨ ਦੀਆਂ ਉਹ ਕੁਪੋਸ਼ਣ ਦਾ ਸ਼ਿਕਾਰ ਨੇ, ਸਾਡੇ ਬੱਚੇ ਔਰਤਾਂ ਦੇ ਪੱਖੋਂ ਜਿਹੜੀਆਂ ਜਦੋਂ ਅਸੀਂ BP ਜਿਹੜਾ ਹੈ ਜਾਂ ਸਾਡਾ ਜਿਹੜਾ ਬਲੱਡ ਗਰੁੱਪ ਹੁੰਦਾ ਹੈ ਉਹ ਅਨੈਮਿਕ ਨੇ, ਜਿਹੜਾ ਹੈ ਕਿ ਉਹਨਾਂ ਨੂੰ ਖਾਣ ਲਈ ਪੂਰਾ ਨਹੀਂ ਮਿਲਦਾ। ਜਦੋਂ ਇਹ ਐਸੈਂਸ਼ੀਅਲ ਕਮੋਡਿਟੀ ਐਕਟ ਲਾਗੂ ਹੋ ਗਿਆ, ਇਸ ਦੀ
ਕਿ ਸਭ ਤੋਂ ਵੱਡੀ ਮਾਰ ਚੁੱਲ੍ਹੇ ਤੇ ਪੈਣੀ ਹੈ। ਓਕੇ ਫਿਰ ਉਹੀ ਚੁੱਲ੍ਹੇ ਦੇ ਉੱਤੇ ਸਭ ਤੋਂ ਪਿੱਛੋਂ ਹਿੱਸਾ ਔਰਤ ਨੂੰ ਮਿਲਣਾ ਖਾਣ ਦੇ ਵਿੱਚ। ਸੋ ਇਸ ਕਰਕੇ ਇਹ ਤਿੰਨੇ ਹੀ ਬਿੱਲਾਂ ਨੂੰ ਰੱਦ ਕੀਤਾ ਉਸ ਹਾਊਸ ਨੇ, ਤੇ ਸਪੈਸ਼ਲੀ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਰੱਦ ਕੀਤਾ। ਮੈਂ ਇੱਕ ਗੱਲ ਹੋਰ ਕਹਿ ਦਿਆਂ ਕਿ ਉੱਥੇ 5 ਅਸੀਂ ਰੈਜ਼ੋਲੂਸ਼ਨ ਪਾਸ ਕੀਤੇ। 5 ਰੈਜ਼ੋਲੂਸ਼ਨ ਦੇ ਵਿੱਚ ਇੱਕ ਇਹ ਸੀ ਕਿ ਕਿਸਾਨ ਨੂੰ ਔਰਤ ਨੂੰ ਵੀ ਕਿਸਾਨ ਮੰਨਿਆ ਜਾਏ। ਜੀ ਦੂਸਰਾ ਅਸੀਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਕਿਉਂਕਿ ਉਸ ਦਿਨ ਕਾਰਗਿਲ ਦਿਵਸ ਸੀ। ਉਸ ਤੋਂ ਪਹਿਲਾਂ 547 ਸਾਡੇ ਜਿਹੜੇ ਸ਼ਹੀਦ ਹੋ ਚੁੱਕੇ ਹਨ ਇਸ ਮੋਰਚੇ ਦੇ ਵਿੱਚ। ਇਹ ਜਦੋਂ ਅਸੀਂ ਇਹ ਕਹਿੰਦੇ ਆ ਕਿ ਉਹਦੇ ਵਿੱਚ 7 ਔਰਤਾਂ ਸ਼ਹੀਦ ਹੋਈਆਂ ਨੇ। ਬਹੁਤ ਸਾਰੀਆਂ ਔਰਤਾਂ ਮਰਦ ਜਿਹੜੇ 8 ਮਹੀਨੇ ਤੋਂ ਘਰਾਂ 'ਚ ਨਹੀਂ ਗਏ। 26 ਜਿਹੜਾ ਹੈ ਨਵੰਬਰ ਨੂੰ ਇੱਥੇ ਆ ਗਏ। ਉਹ ਕਹਿੰਦੇ ਨਹੀਂ, ਅਸੀਂ ਜਦੋਂ ਬਿੱਲ ਵਾਪਸ ਹੋਣਗੇ ਚਾਹੇ 2 ਸਾਲ ਬੈਠੀਏ 3 ਸਾਲ ਬੈਠੀਏ, ਅਸੀਂ ਉਦੋਂ ਹੀ ਘਰਾਂ ਨੂੰ ਜਾਣਾ ਹੈ। ਤੇ ਅਸੀਂ ਇਹ ਗੱਲ ਕਹੀ, ਉਹਦੇ ਵਿੱਚ ਜਿਹੜਾ ਸਾਡਾ ਇੱਕ ਨਿੰਦਾ ਪ੍ਰਸਤਾਵ ਅਸੀਂ ਕੀਤਾ ਕਿ ਜਿਹੜਾ ਤੁਸੀਂ ਮਵਾਲੀ ਕਹਿ ਰਹੇ ਹੋ, ਤੁਸੀਂ ਨਰਾਰਥਕ ਕਹਿ ਰਹੇ ਹੋ, ਤੁਸੀਂ ਕਹਿ ਰਹੇ ਹੋ ਗੁੰਮਰਾਹ ਹੋਏ ਕਿਸਾਨ ਨੇ, ਜਾਂ ਔਰਤਾਂ ਨੂੰ ਤੁਸੀਂ ਵੈਸ਼ਿਆ ਤੱਕ ਉਹਨਾਂ ਨੇ ਕਿਹਾ, ਤੇ ਉਸ ਦੇ ਲਈ ਨਿੰਦਾ ਪ੍ਰਸਤਾਵ ਕੀਤਾ। ਫਿਰ ਅਸੀਂ ਇਹ ਗੱਲ ਕਹੀ ਜਿਹੜੇ ਜੰਗ ਦੇ ਜਿਹੜੇ ਸਾਡੇ ਬਾਰਡਰਸ ਦੇ ਉੱਤੇ ਸਾਡੇ ਸ਼ਹੀਦ ਨੇ, ਸਾਡੇ ਹੁੰਦੇ ਨੇ, ਸਾਡੇ ਜਵਾਨ ਸ਼ਹੀਦ ਹੁੰਦੇ ਨੇ, ਉਹ ਵੀ ਕਿਸਾਨਾਂ ਦੇ ਪੁੱਤਰ ਨੇ। ਜੋ ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੇ ਪਰਿਵਾਰ ਨੂੰ ਗਵਰਨਮੈਂਟ ਵੱਲੋਂ ਸਹੂਲਤਾਂ ਮਿਲਦੀਆਂ ਨੇ, ਉਹੀ ਸਹੂਲਤਾਂ ਜਿਹੜੇ ਇਹ ਸਾਡੀ ਆਰਥਿਕ ਜਿਹੜੀ ਸਾਡੀ ਗੁਲਾਮੀ ਨੂੰ ਦੂਰ ਕਰਨ ਦੇ ਲਈ ਕਿਸਾਨ ਪਰਿਵਾਰ ਦੇ ਸਾਡੇ ਕਿਸਾਨ ਸ਼ਹੀਦ ਹੋਏ ਨੇ, ਔਰਤਾਂ ਕਿਸਾਨ ਸ਼ਹੀਦ ਹੋਈਆਂ ਨੇ, ਉਹਨਾਂ ਦੇ ਬੱਚਿਆਂ ਨੂੰ ਵੀ ਮੁਫਤ ਪੜ੍ਹਾਈ, ਉਹਨਾਂ ਨੂੰ ਇੱਕ ਨੌਕਰੀ। ਬਿਲਕੁਲ ਉਸੇ ਤਰੀਕੇ ਦੇ ਨਾਲ ਇਹਨਾਂ ਨੂੰ ਆਰਥਿਕਤਾ ਦੇ ਉੱਤੇ ਸ਼ਹੀਦ ਮੰਨਿਆ ਜਾਏ, ਜਿਵੇਂ ਕਿ ਅਸੀਂ ਜਿਹੜਾ ਜੰਗ ਦੇ ਮੁਹਾਜ ਦੇ ਉੱਤੇ ਸਾਡੀਆਂ ਸਰਹੱਦਾਂ ਨੇ ਉਹਦੀ ਰਾਖੀ ਕਰਦੇ ਸਾਡੇ ਸ਼ਹੀਦ ਹੁੰਦੇ ਨੇ। ਸੋ ਇੱਕ ਇਹ ਵੀ ਉਹਦੇ ਵਿੱਚ ਜਿਹੜਾ ਹੈ ਇਹ ਪਾਸ ਕੀਤਾ ਗਿਆ। 33% ਰਿਜ਼ਰਵੇਸ਼ਨ ਦਾ ਮਤਾ ਪਾਸ ਕੀਤਾ ਗਿਆ। ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਇੱਕ ਬੜਾ ਅਹਿਮ ਮਤਾ ਸੀ ਜਿਹੜਾ ਕਿ ਸਾਰੇ ਹਾਊਸ ਨੇ ਕਿਹਾ, ਜਿਹੜੇ ਸਾਡੀਆਂ ਜਿਹੜੀਆਂ ਸਿਹਤ ਸਹੂਲਤਾਂ ਨੇ ਸਾਡੇ ਮੋਰਚਿਆਂ ਦੇ ਉੱਤੇ ਜਿਹੜੀਆਂ, ਇਹ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਜੇ ਜਿੱਥੇ ਵੀ ਲੋਕ ਇਕੱਠੇ ਹੋ ਰਹੇ ਨੇ ਉੱਥੇ ਜਿਹੜੀਆਂ ਸਾਡੀਆਂ ਜਿਹੜੀਆਂ ਸੈਨੀਟੇਸ਼ਨ ਉਹ ਸਰਕਾਰ ਦੇਵੇ। ਸੋ ਇਸ ਤਰ੍ਹਾਂ ਦੇ 5 ਜਿਹੜੇ ਸਾਡੇ ਰੈਜ਼ੋਲੂਸ਼ਨ ਸਨ ਉਹ ਹਾਊਸ ਨੇ ਯੂਨੈਨਿਮਸਲੀ ਪਾਸ ਕੀਤੇ। ਸੋ ਇਸ ਕਰਕੇ ਔਰਤਾਂ ਦਾ ਸੰਸਦ ਕਰਨਾ ਬਹੁਤ ਹੀ ਮਹੱਤਵਪੂਰਨ ਸੀ। ਬਹੁਤ ਹੀ ਅਹਿਮ ਸਵਾਲ ਜਿਹੜਾ ਹੈ ਸਾਡਾ ਅੱਜ ਦਾ ਇੱਕ ਬਹੁਤ ਅਹਿਮ ਸਵਾਲ ਸੀ। ਸੋ ਇਸ ਕਰਕੇ ਔਰਤਾਂ ਦੀ ਸੰਸਦ ਨੇ ਦੱਸ ਦਿੱਤਾ ਕਿ ਔਰਤਾਂ ਮੋਦੀ ਨੂੰ ਲਲਕਾਰ ਰਹੀਆਂ ਸੀ। ਉਹਦੇ ਵਿੱਚ ਬਹੁਤ ਸਾਰੀਆਂ ਔਰਤਾਂ ਐਸੀਆਂ ਆਈਆਂ ਜਿਨ੍ਹਾਂ ਦੇ ਪਤੀ ਤੇ ਪੁੱਤਰ ਸ਼ਹੀਦ ਹੋਏ। ਸੋ ਕੋਈ ਵੀ ਹੈ ਜੋ ਮੋਰਚੇ ਨਾਲ ਜੁੜਿਆ ਹੋਇਆ ਹੈ, ਉਹ ਉਸੇ ਤਰੀਕੇ ਨਾਲ, ਚਾਹੇ ਮਰਦ ਹੋਏ ਜਾਂ ਔਰਤ ਹੋਏ, ਉਹ ਅੰਦੋਲਨਕਾਰੀ ਨੇ। ਜਿਵੇਂ ਅਸੀਂ ਔਰਤਾਂ ਆਮ ਆਪਣੇ ਆਪ ਨੂੰ ਕਹਿੰਦੀਆਂ, ਅਸੀਂ ਇੱਥੇ ਔਰਤਾਂ ਨਹੀਂ, ਅਸੀਂ ਬੀਬੀਆਂ ਨਹੀਂ, ਅਸੀਂ ਧੀਆਂ ਨਹੀਂ, ਅਸੀਂ ਇੱਥੇ ਅੰਦੋਲਨਕਾਰੀ ਹਾਂ, ਚਾਹੇ ਉਹ ਮਰਦ ਹੈ ਜਾਂ ਔਰਤ ਹੈ। ਬਿਲਕੁਲ। ਮੈਂ ਜਿਹੜੀ ਇੱਕ ਹੋਰ ਚੀਜ਼ ਜਿਹੜੀ ਉਤਸੁਕਤਾ ਲਗਾਤਾਰ ਬਣੀ ਹੋਈ ਹੈ ਕਿ ਜਦੋਂ 9-10 ਮੀਟਿੰਗਸ ਜਿਹੜੀਆਂ ਸਰਕਾਰ ਦੇ ਨਾਲ ਹੋ ਚੁੱਕੀਆਂ ਆ, ਕੀ ਉਹਨਾਂ ਮੀਟਿੰਗਸ ਦੇ ਵਿੱਚ ਵੀ ਕੁਝ ਔਰਤਾਂ ਗਈਆਂ ਸਨ ਨੁਮਾਇੰਦਗੀ ਕਰਨ ਦੇ ਲਈ, ਕਿਸਾਨਾਂ ਦੀ ਨੁਮਾਇੰਦਗੀ ਕਰਨ ਦੇ ਲਈ, ਜਾਂ ਜਿਹੜੇ ਅਗਾਂਹ ਦੀ ਪਲੈਨਿੰਗ ਹੈ ਉਹਦੇ ਵਿੱਚ ਕੁਝ ਔਰਤਾਂ ਅਗਾਂਹ ਵਧੂ ਜਿਹੜੀਆਂ ਔਰਤਾਂ ਨੇ ਉਹ ਅੱਗੇ ਆ ਰਹੀਆਂ ਨੇ? ਇਹ ਵਿਦਨ ਦਾ ਜਿਹੜਾ ਹੈ ਮੋਰਚਾ, ਸਾਡੀ ਇੱਕ ਇਹ ਸਵਾਲ ਸੀ, ਅਸੀਂ ਉਹਨਾਂ ਨੂੰ ਦਰਖਾਸਤ ਵੀ ਕੀਤੀ ਕਿ ਜਿਹੜੀ ਤੁਹਾਡੀ 9 ਮੈਂਬਰ ਕਮੇਟੀ ਹੈ, 21 ਮੈਂਬਰ ਕਮੇਟੀ ਆ, ਔਰ ਇੱਕ 40 ਮੈਂਬਰਸ ਦੀ ਕਮੇਟੀ ਆ, ਔਰ ਇੱਕ ਉਸ ਤੋਂ ਅੱਗੇ ਜਾ ਕੇ 150 ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਦੀ ਕੋਆਰਡੀਨੇਸ਼ਨ ਕਮੇਟੀ ਹੈ। ਨਵਜੋਤ, ਮੈਂ ਇਹ ਗੱਲ ਬੜੇ ਦੁੱਖ ਨਾਲ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਪਿੱਤਰ ਸੱਤਾਤਮਕ ਸੋਚ ਹੈ ਉਹ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਚੋਂ ਅਜੇ ਗਈ ਨਹੀਂ ਹੈ, ਉਹ ਅਜੇ ਵੀ ਕਾਇਮ ਹੈ। ਇਸ ਕਰਕੇ ਚਾਹੇ ਔਰਤਾਂ ਬੜੀ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਹੈ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 18 ਜਨਵਰੀ ਔਰਤ ਕਿਸਾਨ ਦਿਵਸ ਦੇ ਤੌਰ ਤੇ ਮਨਾਇਆ ਗਿਆ ਮੋਰਚੇ ਵੱਲੋਂ, 8 ਮਾਰਚ ਮਨਾਇਆ ਗਿਆ। ਉਸ ਦਿਨ 8 ਮਾਰਚ ਵਾਲੇ ਦਿਨ ਵੱਖਰੇ ਵੱਖਰੇ ਮੋਰਚਿਆਂ ਦੇ ਉੱਤੇ 60 to 70,000 ਔਰਤਾਂ ਇਕੱਠੀਆਂ ਹੋਈਆਂ, ਹੁਣ ਵੀ ਵੱਡੀ ਗਿਣਤੀ 'ਚ ਹੈ। ਤੇ ਅਸੀਂ ਇਹ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਦਰਖਾਸਤ ਕੀਤੀ ਹੈ ਕਿ ਹਰ ਕਮੇਟੀ ਦੇ ਵਿੱਚ ਔਰਤਾਂ ਦੀ ਜਿਹੜੀ ਘੱਟੋ ਘੱਟ 33% ਜਿਹੜੀ ਭਾਗੀਦਾਰੀ
ਭਾਗੀਦਾਰੀ ਹੋਵੇ, ਉਹਨਾਂ ਦੀ ਸ਼ਮੂਲੀਅਤ ਹੋਵੇ, ਕਿਉਂਕਿ ਔਰ ਬੜੇ ਵੱਡੇ ਮਸਲੇ ਨੇ ਉੱਥੇ ਬਾਰਡਰ ਤੇ ਬੈਠੀਆਂ ਔਰਤਾਂ ਦੇ। ਅਸੀਂ ਉਹਨਾਂ ਨੂੰ ਕਿਹਾ ਕਿ ਇੱਥੇ ਸਾਡੀਆਂ ਵੂਮਨ ਸੈਂਟਰ ਬਣਾਏ ਜਾਣ ਜਿੱਥੇ ਔਰਤਾਂ ਦੀ ਕੋਆਰਡੀਨੇਸ਼ਨ ਹੋਵੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਟਿਕਰੀ ਬਾਰਡਰ ਤੇ ਜਾਂਦਿਆਂ ਇੱਕ ਪਾਸਿਓਂ ਮੋਰਚਾ 20 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਕਿ ਪਹਿਲਾ ਫਸਟ ਸਟੈਪ ਆਫ ਦਾ ਮੋਰਚਾ ਅਗਰ ਅਸੀਂ ਉਹਦੀ ਸਟੇਜ ਤੇ ਜਾਣਾ ਹੈ ਤੇ ਉਹ 20 ਕਿਲੋਮੀਟਰ ਹੈ। ਇੱਕ ਪਾਸੇ 15 ਕਿਲੋਮੀਟਰ ਹੈ, ਇੱਕ ਪਾਸੇ ਉਹ 5 ਕਿਲੋਮੀਟਰ ਹੈ। ਇਸੇ ਤਰੀਕੇ ਦੇ ਨਾਲ ਹੀ ਸਿੰਘੂ ਬਾਰਡਰ ਦਾ ਮੋਰਚਾ 15-20 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਸੋ ਇਸ ਕਰਕੇ ਜਿਹੜੀ ਲਾਸਟ ਤੇ ਬੈਠੀ ਔਰਤ ਹੈ ਉਹ ਕਿਵੇਂ ਕਨੈਕਟੀਵਿਟੀ ਚ ਆਏ, ਔਰ ਔਰਤਾਂ ਦੀ ਜਿਹੜੀ ਉੱਥੋਂ ਦੀ ਜਿਹੜੀ ਉਹਦੇ ਚੈਲੰਜ ਬਹੁਤ ਨੇ ਵੱਡੇ। ਔਰਤਾਂ ਦੇ ਮੋਰਚੇ ਤੇ ਬੈਠੀਆਂ ਔਰਤਾਂ ਦੇ ਬਹੁਤ ਵੱਡੇ, ਉਹਨਾਂ ਦੀ ਸੈਨੀਟੇਸ਼ਨ ਦਾ ਚੈਲੰਜ ਹੈ, ਉਹਨਾਂ ਦੇ ਬਾਥਰੂਮ ਦਾ ਚੈਲੰਜ ਹੈ। ਸੋ ਇਹਨਾਂ ਵੱਲ ਵੀ ਅਸੀਂ ਮੋਰਚੇ ਦੇ ਸਾਥੀਆਂ ਨੂੰ, ਲੀਡਰਸ਼ਿਪ ਨੂੰ ਵੀ ਅਸੀਂ ਉਹਨਾਂ ਨੂੰ ਥੋੜਾ ਆਗਾਹ ਕੀਤਾ ਹੈ ਕਿ ਇਹਦੇ ਅੰਦਰ ਵੀ ਇੱਕ ਜਿਹੜਾ ਡੈਮੋਕ੍ਰੈਟਿਕ ਸਿਸਟਮ ਔਰ ਔਰਤਾਂ ਨੂੰ ਬਰਾਬਰ ਦੀ ਨੁਮਾਇੰਦਗੀ ਦਿੱਤੀ ਜਾਵੇ। ਇਸ ਵੇਲੇ ਸੁਰਿੰਦਰ ਜੀ, ਜਿੱਥੇ ਕਿਸਾਨ ਅੰਦੋਲਨ ਖੜਾ ਹੈ, ਜੇ ਅੱਜ ਆਪਾਂ ਆਲ ਵਿਮਨ ਪਾਰਲੀਮੈਂਟ ਦੀ ਗੱਲ ਕਰਦੇ ਹਾਂ, ਇਹਦਾ ਇੰਪੈਕਟ ਕੀ ਪੈਣ ਜਾ ਰਿਹਾ ਹੈ? ਤੁਸੀਂ ਕੀ ਮਹਿਸੂਸ ਕਰਦੇ ਹੋ? ਦੇਖੋ, ਪ੍ਰੈਸ਼ਰ ਬੇਸ਼ੱਕ ਲਗਾਤਾਰ ਬਣਿਆ ਹੋਇਆ, ਪਰ ਜਿਹੜੀਆਂ ਓਵਰਆਲ ਦੁਨੀਆ ਦੇ ਵਿੱਚ ਖਬਰਾਂ ਆਉਂਦੀਆਂ ਰਹੀਆਂ, ਕਦੇ ਇਹ ਹੋਇਆ ਕਿ ਵੀ ਮੋਰਚਾ ਖਤਮ ਹੋ ਜਾਣਾ, ਅੰਦੋਲਨ ਖਤਮ ਹੋ ਜਾਣਾ, ਫਿਰ ਵਿੱਚ ਟਾਈਮ ਇਹੋ ਜਿਹਾ ਆਉਂਦਾ ਜਦੋਂ ਬਿਲਕੁਲ ਖਬਰਾਂ ਦੱਬ ਕੇ ਰਹਿ ਜਾਂਦੀਆਂ, ਵਿੱਚ ਫਿਰ ਕੋਈ ਟਾਈਮ ਇਹੋ ਜਿਹਾ ਆਉਂਦਾ ਖਬਰਾਂ ਇੱਕਦਮ ਹਾਈਲਾਈਟ ਹੋਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਹੁਣ ਇਹ ਜਿਹੜੀ ਪਾਰਲੀਮੈਂਟ ਦਾ ਸਿਲਸਿਲਾ ਸ਼ੁਰੂ ਹੋਇਆ, ਇਹਦੇ ਕਰਕੇ ਇੱਕ ਵਾਰੀ ਫਿਰ ਖਬਰਾਂ ਬਹੁਤ ਜ਼ਿਆਦਾ ਗਰਮਾ ਗਈਆਂ ਹੈਗੀਆਂ। ਤੁਸੀਂ ਇਹ ਦੱਸੋ ਕਿ ਵੀ ਇਹ ਜਿਹੜੀਆਂ ਇਹੋ ਜਿਹੀਆਂ ਮੀਟਿੰਗਸ ਨੇ, ਹੁਣ ਅਗਸਤ ਦੇ ਵਿੱਚ ਇੱਕ ਹੋਰ ਵਿਮਨ ਪਾਰਲੀਮੈਂਟ ਹੋਣੀ ਆ, ਇਹਦਾ ਜਿਹੜਾ ਓਵਰਆਲ ਇੰਪੈਕਟ ਹੈ ਤੁਹਾਡੀ ਨਜ਼ਰ ਦੇ ਵਿੱਚ, ਕੀ ਤੁਸੀਂ ਕਿਆਸ ਰਹੇ ਹੋ ਤੇ ਕੀ ਨਜ਼ਰ ਆ ਰਿਹਾ? ਇਹ ਜਿਹੜੀਆਂ ਦੋ ਵਿਮਨ ਪਾਰਲੀਮੈਂਟ ਨੇ, ਇੱਕ 26 ਜੁਲਾਈ ਨੂੰ ਹੋਈ ਤੇ ਇੱਕ 9 ਅਗਸਤ ਨੂੰ ਹੋਣੀ ਹੈ। ਹਾਂ, ਅਗਸਤ ਨੂੰ ਹੋਣੀ ਹੈ, ਦੋ ਪਾਰਲੀਮੈਂਟ। ਇਹ ਵੀ ਦੂਜੇ ਜਿਹੜੇ ਕਿਸਾਨਾਂ ਦੀਆਂ ਪਾਰਲੀਮੈਂਟਸ ਨੇ ਉਹਨਾਂ ਤਰ੍ਹਾਂ ਇਸ ਦਾ ਇੰਪੈਕਟ ਇਸ ਕਰਕੇ ਵੀ ਵੱਧ ਹੈ ਕਿ ਔਰਤਾਂ ਨੇ ਪੂਰੇ ਸੰਸਾਰ ਦੇ ਅੱਗੇ ਇੱਕ ਡੈਮੋਕ੍ਰੈਟਿਕ ਮਾਡਲ ਪੇਸ਼ ਕੀਤਾ ਕਿ ਅਸਲ ਮਾਇਨਿਆਂ ਦੇ ਵਿੱਚ ਪਾਰਲੀਮੈਂਟ ਲੋਕਤੰਤਰੀ ਢੰਗ ਨਾਲ ਕਿਵੇਂ ਚਲਾਈ ਜਾਂਦੀ ਹੈ। ਇਹ ਇੱਕ ਨਮੂਨਾ। ਇਸ ਦਾ ਜਿਹੜਾ ਇੰਪੈਕਟ ਹੈ ਉਹ ਇਹ ਜਾਂਦਾ ਕਿ ਉਹ ਸਾਡੀ ਪਾਰਲੀਮੈਂਟ, ਜਿੱਥੇ ਮੌਨਸੂਨ ਸੈਸ਼ਨ ਜਿਹੜਾ ਆਧੁਨਿਕ ਸੁੱਖ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਹੈ, ਉਹ ਕੱਲ ਵੀ ਸੈਸ਼ਨ 9 ਬਾਹਰ ਉਠਾਉਣੇ ਪਏ, ਤੇ ਰਾਜ ਸਭਾ ਜਿਹੜੀ ਇੱਕ ਦਿਨ ਕੱਲ ਲਈ ਗਈ। ਪਹਿਲਾਂ ਵੀ ਜਿਹੜੇ ਪਾਰਲੀਮੈਂਟ ਸਾਡੇ ਸੈਸ਼ਨ ਚੱਲਦੇ ਨੇ ਉਹਦੇ ਵਿੱਚ ਵਿਰੋਧੀਆਂ ਦੀ ਆਵਾਜ਼ ਨੂੰ ਬਿਲਕੁਲ ਦਬਾਇਆ ਜਾਂਦਾ, ਤੇ ਕਈ ਵਾਰ ਉਹਨਾਂ ਨੇ ਜਿਹੜੇ ਬਾਜ਼ੀਆਂ ਨੂੰ ਚੁੱਕ ਕੇ ਬਾਹਰ ਵੀ ਸਿੱਟਦੇ ਆ। ਇਹ ਸਾਡੇ ਲੋਕਤੰਤਰ ਉਹ ਪਾਰਲੀਮੈਂਟ ਪੇਸ਼ ਕਰ ਰਹੀ ਹੈ ਜਿਹੜਾ ਪੂਰੇ ਸੁੱਖ ਸਹੂਲਤਾਂ ਨਾਲ ਲੈਸ ਹੈ। ਦੂਜੇ ਪਾਸੇ ਇਹਦੇ 100 ਗਜ ਦੀ ਦੂਰੀ ਤੇ ਜਿੱਥੇ ਮੌਨਸੂਨ ਸੈਸ਼ਨ ਚੱਲਦਾ ਹੈ ਪਾਰਲੀਮੈਂਟ ਦਾ, ਇਹ ਜੰਤਰ ਮੰਤਰ ਤੇ ਜਿਹੜਾ ਵਿਮਨ ਪਾਰਲੀਮੈਂਟ ਦਾ ਚੱਲ ਰਿਹਾ, ਉਹ ਇੰਨੀ ਜ਼ਿਆਦਾ ਅੱਤ ਦੇ ਹੁਮਸ ਵਿੱਚ, ਅੱਤ ਦੀ ਗਰਮੀ ਦੇ ਵਿੱਚ, ਸੜਕ ਦੇ ਉੱਤੇ ਜਿਹੜਾ ਪਾਰਲੀਮੈਂਟ ਸੈਸ਼ਨ ਚੱਲਿਆ, ਉਹ ਸਿੱਧ ਕਰ ਰਿਹਾ ਕਿ ਮੋਦੀ ਸਰਕਾਰ ਦੇ ਜਿਹੜਾ ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰੋਜੈਕਟ ਹੈ, ਜਿਹਦੇ 20,000 ਕਰੋੜ ਰੁਪਏ ਲੱਗਣੇ ਹੈ, ਉਹ ਸੜਕਾਂ ਤੇ ਜਿਹੜੀ ਹੈ ਔਰਤ ਸੰਸਦ ਸੜਕਾਂ ਦੇ ਉੱਤੇ ਡੈਮੋਕ੍ਰੇਸੀ ਦੀ ਬਹਾਲੀ ਨੇ ਇੱਕ ਮਾਡਲ ਪੇਸ਼ ਕਰ ਰਹੀਆਂ ਨੇ, ਸੰਵਿਧਾਨ ਦੀ ਉੱਚਤਾ ਨੂੰ ਪੇਸ਼ ਕਰ ਰਹੀਆਂ ਨੇ, ਤੇ ਇਸ ਨੂੰ ਪੇਸ਼ ਕਰਕੇ ਸੰਸਦ ਚਲਾਉਣ ਦੀ ਪਵਿੱਤਰਤਾ ਕੀ ਚੀਜ਼ ਹੈ, ਉਸਦੀ ਸੈਂਟਿਟੀ ਕਿਸ ਤਰ੍ਹਾਂ ਬਰਕਰਾਰ ਰੱਖੀ ਜਾਂਦੀ ਹੈ, ਉਹ ਸੜਕ ਤੇ ਵੀ ਰੱਖੀ ਜਾ ਸਕਦੀ ਹੈ। ਇਹ ਜਿਹੜੇ ਮੋਦੀ ਸਰਕਾਰ ਦੇ ਇਹ ਕਾਨੂੰਨ ਨੇ, ਉਹਨਾਂ ਦੇ ਬਰਾਬਰ ਤੇ ਚੱਲਦੀ ਜਿਹੜੀ ਇਸ ਦੇ ਇੱਕ ਨਵੇਂ ਮਾਇਨੇ ਜਿਹੜੇ ਨੇ ਔਰਤ ਦੀ ਸ਼ਕਤੀ ਦੇ, ਉਹਦੀ ਬੌਧਿਕ ਸਮਰੱਥਾ ਦੇ, ਜਿਹੜੀ ਅਸੀਮ ਸਮਰੱਥਾ ਹੈ ਔਰਤਾਂ ਦੀ ਉਹਦੀ, ਤੇ ਦੂਜਾ ਇਹ ਕਿ ਸੰਗੀਨਾਂ ਦੇ ਪਹਿਰੇ ਥੱਲੇ
ਔਰਤਾਂ ਦੀ ਜਿਹੜੀ ਸੰਸਦ ਨੇ, ਇਹ ਚੱਲਦੀ ਸੰਸਦ ਨੇ, ਇੱਕ ਪਾਸੇ ਫਾਸ਼ੀਵਾਦ ਸਰਕਾਰ ਦੀ ਜਿਹੜੀ ਪੁਲਿਸ ਤੇ ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਦਾ ਮੁਜ਼ਾਹਰਾ ਹੋ ਰਿਹਾ ਹੈ, ਦੂਜੇ ਪਾਸੇ ਔਰਤਾਂ ਜਿਹੜੀਆਂ ਨੇ ਨਿਡਰ ਹੋ ਕੇ ਸੰਸਦ ਚਲਾਉਣ ਦਾ ਨਮੂਨਾ ਪੇਸ਼ ਕਰ ਰਹੀਆਂ ਨੇ। ਇਹਦਾ ਇੰਪੈਕਟ ਜਿਹੜਾ ਹੈ ਉਹ ਇਹ ਹੈ ਕਿ ਜਿਸ ਤਰ੍ਹਾਂ ਕਿਸਾਨ ਮੋਰਚਾ ਸ਼ੁਰੂ ਤੋਂ ਲੈ ਕੇ ਬੜੀਆਂ ਸਾਰੀਆਂ ਅਵਸਥਾਵਾਂ ਵਿੱਚੋਂ ਲੰਘਿਆ, 26 ਜਨਵਰੀ ਤੱਕ ਬਹੁਤ ਪੀਕ ਤੇ ਪਹੁੰਚਿਆ, ਉਸ ਦਿਨ ਸਾਨੂੰ ਲੱਗਦਾ ਸੀ ਕਿ ਪਤਾ ਨਹੀਂ ਸਾਡੇ ਜਿਹੜੇ ਸੁਪਨੇ ਨੇ ਅੱਜ ਇਸ ਟਰੈਕਟਰ ਮਾਰਚ ਨੇ, ਜਿਸ ਨੂੰ ਕਿ ਅਸੀਂ ਬਹੁਤ ਹੀ ਤੀਬਰਤਾ ਨਾਲ ਉਡੀਕਦੇ ਸੀ ਉਹਨਾਂ ਪਲਾਂ ਨੂੰ, ਉਸ ਘੜੀ ਨੂੰ, ਉਹ ਕਿਸੇ ਹੋਰ ਪਾਸੇ ਚਲੇ ਗਏ। ਤਾਂ ਉਹਦੇ ਵਿੱਚੋਂ ਬਹੁਤ ਸਾਰਾ, ਮੈਂ ਇੱਥੇ ਨਹੀਂ ਕਹਿਣਾ ਚਾਹੁੰਦੀ ਕਿ ਉਹਦੇ ਵਿੱਚੋਂ ਬਹੁਤ ਸਾਰਾ ਜਿਹੜਾ ਹੀਜ ਪਿਆ ਨਿਕਲ ਕੇ ਸਾਹਮਣੇ ਆਇਆ। ਜਿਹੜੀਆਂ ਇਸ ਦੇ ਵਿਰੋਧੀ ਫੋਰਸਿਸ ਨੇ ਉਹ ਇੱਕ ਪਾਸੇ ਕੀਤੀਆਂ ਗਈਆਂ, ਮੋਰਚਾ ਫਿਰ ਕਾਇਮ ਹੋ ਗਿਆ। ਤੇ ਹੁਣ ਜਿਹੜਾ ਇਹ ਪ੍ਰਤੀ ਦਿਨ ਬਹੁਤ ਵੱਡੀ ਤਾਕਤ ਬਣਦਾ ਜਾ ਰਿਹਾ ਹੈ। ਇਸ ਦੀ ਇਹਦੇ ਜਿਹੜੇ ਹਥਿਆਰ ਨੇ ਉਹ ਹੈਗੇ ਨੇ ਏਕਤਾ ਤੇ ਸ਼ਾਂਤਮਈ। ਜਿਹੜਾ ਸ਼ਾਂਤਮਈ ਅੰਦੋਲਨ ਹੈ, ਇਹਦੇ ਵਿੱਚ ਇੰਨੀ ਤਾਕਤ ਹੈ ਕਿ ਉਹ ਪੂਰੇ ਮੁਲਕ ਨੂੰ, ਸੱਤਾਧਾਰੀਆਂ ਨੂੰ ਹਿਲਾ ਕੇ ਰੱਖੀ ਬੈਠੀ ਹੈ। ਉਹ ਮੰਨਣ ਨਾ ਮੰਨਣ, ਲੋਕਾਂ ਨੂੰ ਫੀਲ ਹੋ ਰਿਹਾ ਉਹ ਹਿਲ ਚੁੱਕੇ ਹੈ। ਇਸ ਨੇ ਇੱਕ ਨਵੇਂ ਪ੍ਰਤਿਮਾਨ ਸਥਾਪਿਤ ਕੀਤੀ ਹੈ ਕਿ ਇੱਕ ਤਾਂ ਇਹ ਕਿ ਇਹ ਔਰਤਾਂ ਦੇ ਅੰਦੋਲਨ ਨੇ ਔਰਤਾਂ ਨੂੰ ਬਹੁਤ ਕੁਛ ਦਿੱਤਾ ਹੈ ਤੇ ਔਰਤਾਂ ਨੇ ਅੰਦੋਲਨ ਨੂੰ ਬਹੁਤ ਕੁਛ ਦਿੱਤਾ, ਵਾਈਸ ਵਰਸਾ ਜੀ। ਕਿ ਔਰਤਾਂ ਨੇ ਇਸ ਅੰਦੋਲਨ ਨੂੰ ਸਟਰੋਂਗ ਕੀਤਾ। ਉਹ ਇਸ ਅੰਦੋਲਨ ਦੀ ਰੀੜ੍ਹ ਦੀ ਹੱਡੀ। ਅੰਦੋਲਨ ਨੇ ਇਹਨਾਂ ਨੂੰ ਇੱਕ ਸੋਸਾਇਟੀ ਦੇ ਵਿੱਚ, ਅੰਦੋਲਨ ਦੇ ਵਿੱਚ ਜਿਹੜੀ ਸਪੇਸ ਦਿੱਤੀ ਹੈ ਤੇ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਇੱਕ ਖੁੱਲੀ ਸੜਕ ਪੈਦਾ ਕੀਤੀ ਹੈ। ਅੰਦੋਲਨ ਨੇ ਵੀ ਇਹਨਾਂ ਦੇ ਅੰਦਰ ਇਹ ਸਪੇਸ ਵੀ ਪੈਦਾ ਕੀਤੀ ਹੈ, ਇਹਨਾਂ ਦੇ ਮਨ ਦੇ ਵਿੱਚ ਵਿਸ਼ਵਾਸ ਵੀ ਪੈਦਾ ਕੀਤਾ ਹੈ, ਸਨਮਾਨ ਵੀ ਪੈਦਾ ਕੀਤਾ ਹੈ। ਅੱਜ ਤੁਸੀਂ ਇਸ ਸੰਸਦ ਦੀ ਖੂਬਸੂਰਤੀ ਡਾਕਟਰ ਢਿੱਲੋਂ ਨੇ ਬਹੁਤ ਵਧੀਆ ਬਿਆਨ ਕੀਤੀ ਹੈ। ਮੈਂ ਵੀ ਇੱਕ ਬਿਆਨ ਕਰਦੀ ਹਾਂ ਕਿ ਉਸ ਤੋਂ ਇਲਾਵਾ ਜੀ ਕਿ ਕਿਸੇ ਵੀ ਔਰਤ ਨੂੰ, ਜਿਹਨੂੰ ਬੀਜੇਪੀ ਵਾਲੇ ਚੈਲੰਜ ਕਰਦੇ ਹੈ, ਕਿ ਕਿਸਾਨਾਂ ਨੂੰ ਵੀ ਚੈਲੰਜ ਕਰਦੇ ਹੈ ਕਿ ਇਹ ਤਾਂ ਕਿਸੇ ਵਿਰੋਧੀ ਪਾਰਟੀਆਂ ਦੇ ਚੁੱਕੀ ਹੋਈ ਹੈ, ਇਹਨਾਂ ਨੂੰ ਆਪ ਨੂੰ ਕੋਈ ਗੱਲ ਨਹੀਂ ਆਉਂਦੀ। ਜਿਹੜੇ ਕਿਸਾਨ ਨੇ ਉਹ ਹਮੇਸ਼ਾ ਚ ਹੋਇਆ ਕਰਦੇ ਹੈ, ਉਹ ਬਾਰਡਰਾਂ ਤੇ ਨਹੀਂ ਹੋਇਆ ਕਰਦੇ। ਇਸ ਤਰ੍ਹਾਂ ਦੀਆਂ ਬੜੀਆਂ ਸਾਰੀਆਂ, ਇਹ ਖਾਲਿਸਤਾਨੀ ਨੇ, ਇਹ ਅੱਤਵਾਦੀ ਨੇ, ਇਹ ਮਵਾਲੀ ਨੇ, ਇਹ ਬਦਮਾਸ਼ ਨੇ, ਇਹ ਗੁੰਡੇ ਨੇ। ਤਾਂ ਜਿਹੜੀ ਸਧਾਰਨ ਤੋਂ ਸਧਾਰਨ ਕਿਸਾਨ ਹੈ, ਜਿਹੜੀ ਸਧਾਰਨ ਤੋਂ ਸਧਾਰਨ ਔਰਤ ਹੈ, ਜੇ ਕਿਸੇ ਨੇ ਇਸ ਚੀਜ਼ ਨੂੰ ਦੇਖਣਾ ਹੋਵੇ ਤਾਂ ਪੱਤਰਕਾਰ ਉਹਨਾਂ ਤੋਂ ਵੀ ਸਵਾਲ ਪੁੱਛੇ ਔਰ ਉਹਨਾਂ ਨੂੰ ਇੰਨੇ ਖੂਬ ਜਵਾਬ ਆਉਂਦੇ ਹੈ ਕਿ ਮੈਂ ਜਿਹੜੇ ਬਹੁਤ ਜ਼ਿਆਦਾ ਪੜ੍ਹੇ ਲਿਖਿਆਂ ਨੂੰ ਵੀ ਉਸ ਤਰ੍ਹਾਂ ਦੇ ਜਵਾਬ ਨਹੀਂ ਆਉਂਦੇ, ਕਿਉਂਕਿ ਜਿਹੜੇ ਇਹ ਜਵਾਬ ਨੇ ਇਹ ਉਹਨਾਂ ਦੇ ਮਿੱਟੀ ਵਿੱਚੋਂ, ਉਹਨਾਂ ਦੀ ਜ਼ਮੀਨੀ ਹਕੀਕਤ ਵਿੱਚੋਂ ਆਉਂਦੇ ਹੈ। ਇਹ ਕਿਤਾਬਾਂ ਚੋਂ ਪੜ੍ਹੇ ਪੜ੍ਹਾਏ ਤੇ ਅਸਮਾਨ ਤੋਂ ਡਿੱਗਦੇ ਸਵਾਲ ਦੇ ਜਵਾਬ ਨਹੀਂ। ਨੰਬਰ 2 ਕਿ ਪੰਜਾਬ ਦੇ ਵਿੱਚ 26 ਨਵੰਬਰ ਤੋਂ ਉੱਤੇ ਦਿੱਲੀ ਕੂਚ ਕਰਨ ਤੋਂ ਪਹਿਲਾਂ ਜਿਹੜੇ 2 ਮਹੀਨੇ ਮੋਰਚੇ ਲੱਗੇ ਰਹੇ ਹੈ, ਮਤਲਬ ਰੇਲਵੇ ਸਟੇਸ਼ਨ ਤੇ, ਪਟੜੀਆਂ ਤੇ, ਮਾਲਸ ਤੇ, ਟੋਲ ਪਲਾਜ਼ਾ, ਇਹਨਾਂ ਸਾਰੀਆਂ ਥਾਵਾਂ ਤੇ 100 ਜਿਹੜੇ ਪੱਕੇ ਮੋਰਚੇ ਲੱਗੇ ਆ। ਉੱਥੇ ਇਹ ਸਕੂਲ ਤੇ ਯੂਨੀਵਰਸਿਟੀਆਂ ਬਣੇ ਆ ਸਾਰਿਆਂ ਲਈ, ਕਾਨੂੰਨਾਂ ਦੀ ਹਰ ਮੱਦ ਨੂੰ ਸਮਝਣ ਦੇ। ਇਹ ਸਕੂਲ ਤੇ ਯੂਨੀਵਰਸਿਟੀਆਂ ਨੇ ਜਿੱਥੇ ਜਿਹੜੇ ਸਾਡੇ ਆਮ ਸਕੂਲ ਤੇ ਯੂਨੀਵਰਸਿਟੀਆਂ ਨੇ, ਇਹਨਾਂ ਨੇ ਉਹ ਪੜ੍ਹਾਈ ਨਹੀਂ ਕਰਵਾਈ ਜਿਹੜੀ ਇਸ ਅੰਦੋਲਨ ਨੇ ਬੱਚੇ ਨੂੰ, ਔਰਤਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਜੋ ਪੜ੍ਹਾਈ ਕਰਵਾਈ ਹੈ। ਤੇ ਇਸ ਅੰਦੋਲਨ ਦੇ ਕਿਸਾਨਾਂ ਨੇ, ਮੈਂ ਮਹਿਸੂਸ ਕੀਤਾ ਗਿਆ ਕਿ ਕਾਲਜ ਦੇ ਪ੍ਰੋਫੈਸਰਾਂ ਨੂੰ, ਯੂਨੀਵਰਸਿਟੀ ਦੇ ਪ੍ਰੋਫੈਸਰਸ ਨੂੰ, ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੂੰ ਇਹਨਾਂ ਕਿਸਾਨਾਂ ਨੇ ਪੜ੍ਹਾ, ਇਹਨਾਂ ਨੇ ਦੱਸੇ ਕਿ ਕਾਨੂੰਨ ਦੀਆਂ ਬਰੀਕੀਆਂ ਕੌਣ ਹੈ। ਇੰਨੀ ਵੱਡੀ ਚੇਂਜ ਹੈ, ਇਟਸ ਅ ਵੈਰੀ ਬਿਗ ਸੋਸ਼ਲ ਚੇਂਜ ਕਿ ਜਿਹਨੂੰ ਤੁਸੀਂ ਇਮੇਜਿਨ ਨਹੀਂ ਕਰ ਸਕਦੇ। ਮੈਂ ਇਹਦੀਆਂ 2 ਉਦਾਹਰਨਾਂ ਦਿੰਦੀ। ਇੱਕ ਤਾਂ ਇਹ ਕਿ ਸਿੰਘੂ ਬਾਰਡਰ, ਟੀਕਰੀ ਬਾਰਡਰ, ਗਾਜੀਪੁਰ ਬਾਰਡਰ
ਜਿੱਥੇ ਜਿੱਥੇ ਔਰਤਾਂ ਬੈਠੀਆਂ ਹੋਈਆਂ ਨੇ, ਜੀ ਜਿੱਥੇ ਮਰਦ ਬੈਠੇ ਹੋਏ ਨੇ, ਉਹਨਾਂ ਦੇ ਵਿੱਚ ਇੱਕ ਜਿਹੜੇ ਬੜੇ ਵੱਡੇ ਫਾਸਲੇ ਸੀਗੇ, ਜਿਹੜੀ ਈਵਟੀਜ਼ਿੰਗ ਸੀਗੀ, ਉਹ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਉੱਥੇ ਤੁਹਾਨੂੰ ਇੱਕ ਸਤਿਕਾਰ ਜਿਹੜਾ ਹੈ ਉਹ ਵਧਿਆ ਆ, ਇੱਕ ਦੂਰੀ ਜਿਹੜੀ ਹੈ ਉਹ ਘਟੀ ਹੈ। ਮੈਂ ਨਹੀਂ ਕਹਿੰਦੀ ਕਿ 100% ਘਟੀ ਹੈ, ਠੀਕ ਹੈ ਪਰ ਉਹਦੇ ਵਿੱਚ ਏਕਤਾ ਕਾਇਮ ਹੋਈ ਹੈ। ਦੂਸਰਾ, ਇੱਥੇ ਮੇਰਾ ਆਪਦਾ ਨਿੱਜੀ ਤਜਰਬੇ ਤੋਂ ਮੈਂ ਗੱਲ ਕਰਦੀ ਹਾਂ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕਿਲ੍ਹਾ ਰਾਏਪੁਰ ਜਿਹੜਾ ਕਿ ਮਿੰਨੀ ਓਲੰਪਿਕਸ ਖੇਡਾਂ ਲਈ ਵੀ ਜਾਣਿਆ ਜਾਂਦਾ ਆ, ਜਿਹੜੀਆਂ 5-6 ਸਾਲ ਤੋਂ ਹੁਣ ਖੇਡਾਂ ਬੰਦ ਨੇ, ਉੱਥੇ ਅਡਾਨੀ ਦਾ ਬਹੁਤ ਵੱਡਾ ਸਾਈਲੋ ਆ, ਜਿਹਦਾ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ 60 ਮੀਟਰ ਟਨ ਜਿਹੜਾ ਨਾ ਉੱਥੇ ਜਿਹੜਾ ਉਹ ਭੰਡਾਰਨ ਹੋ ਸਕਦਾ ਹੈ। ਉਹਨੂੰ ਕਹਿੰਦੇ ਆ ਖੁਸ਼ਕ ਬੰਦਰ, ਅਡਾਨੀ ਦੀ ਖੁਸ਼ਕ ਬੰਦਰਗਾਹ, ਉਹਦੇ ਅੱਗੇ ਸਾਡਾ ਪੱਕਾ ਮੋਰਚਾ ਲੱਗਾ। ਜਦੋਂ ਹੜ੍ਹ ਦੇ ਮੌਕੇ ਤੇ ਕਿਸਾਨ ਉਹਨਾਂ ਨੇ ਝੋਨਾ ਜਿਹੜਾ ਆ ਉਹ ਸਾਂਭਿਆ ਤੇ ਮੰਡੀ ਦੇ ਵਿੱਚ ਗਿਆ, ਤੇ ਉਹਨਾਂ ਨੂੰ ਮੰਡੀ 'ਚ ਸੌਣਾ ਪੈਂਦਾ, ਜਿਹੜਾ 2-4 ਦਿਨ 5 ਦਿਨ ਬੋਲੀ ਨਹੀਂ ਹੁੰਦੀ, ਤਾਂ ਅਸੀਂ ਉੱਥੇ 10-15 ਦਿਨ ਰਾਤ ਦਿਨ ਦਾ ਔਰਤਾਂ ਨੇ ਮੋਰਚਾ ਸੰਭਾਲਿਆ। ਤੇ ਉਹ ਐਸੀ ਜੀ ਬਿਲਕੁਲ ਸੁਰਿੰਦਰ ਜੀ ਦਾ ਜਿਹੜਾ ਕਨੈਕਸ਼ਨ ਹੈ ਉਹ ਸਾਡੇ ਨਾਲੋਂ ਕੱਟ ਗਿਆ। ਕਮਲਜੀਤ ਜੀ, ਮੈਂ ਇੱਕ ਚੀਜ਼ ਹੋਰ ਜ਼ਰੂਰ ਜਾਣਨ ਦੀ ਚਾਹਵਾਨ ਹਾਂ ਕਿ ਜਿਹੜੀ ਅਸਲ ਪਾਰਲੀਮੈਂਟ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਮਹਿਲਾ MPs ਹੈਗੀਆਂ, ਕੀ ਉਹਨਾਂ ਵੱਲੋਂ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਰਿਸਪੌਂਸ ਆਇਆ? ਕਿਤੇ ਉਹਨਾਂ ਨੇ ਤੁਹਾਨੂੰ ਇਸ਼ਾਰਾ ਦਿੱਤਾ ਹੋਵੇ ਇਸ ਗੱਲ ਦਾ ਕਿ ਜਿਹੜੀ ਐਡੀ ਵੱਡੀ ਮਹਿਲਾ ਸ਼ਕਤੀ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਵੀ ਊਰਜਾ ਆ ਰਹੀ ਹੈ, ਉਹ ਵੀ ਇਹ ਚੀਜ਼ ਮਹਿਸੂਸ ਕਰਦੀਆਂ ਨੇ ਕਿ ਵੀ ਇੰਨੀਆਂ ਜ਼ਿਆਦਾ ਔਰਤਾਂ ਇਕੱਠੀਆਂ ਹੋ ਕੇ ਆਪਣੀ ਸ਼ਕਤੀ ਦਿਖਾ ਰਹੀਆਂ ਨੇ, ਅਤੇ ਉਹਨਾਂ ਨੂੰ ਇਸ ਚੀਜ਼ ਦਾ ਚਾਅ ਆ, ਉਹ ਖੁਸ਼ੀ ਨਾਲ ਖੀਵੀਆਂ ਹੋ ਰਹੀਆਂ ਨੇ। ਕਿਸੇ ਨੇ ਤੁਹਾਡੇ ਨਾਲ ਜਾਂ ਜਥੇਬੰਦੀਆਂ ਦੇ ਨਾਲ ਕਿਸੇ ਔਰਤ MP ਨੇ ਕੋਈ ਗੱਲਬਾਤ ਕੀਤੀ ਹੋਵੇ? ਨਵਜੋਤ ਜੀ, ਪਹਿਲੀ ਗੱਲ ਤਾਂ ਇਹ ਹੈ, ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਦੂਰ ਰੱਖਿਆ। ਦੂਰ ਰੱਖਣ ਦਾ ਕਾਰਨ ਇਹ ਸੀ ਕਿ ਉਹਨਾਂ ਦੇ ਆਪਣੇ ਆਪਣੇ ਇੰਟਰਸਟ ਨੇ, ਤੇ ਜਿਹੜੀ ਵੀ ਕੋਈ ਔਰਤ ਆਏਗੀ ਉਹ ਆਪਣੇ ਉਹਨਾਂ ਇੰਟਰਸਟ ਤੋਂ ਉੱਪਰ ਉੱਠ ਕੇ ਨਹੀਂ ਆਉਂਦੀ। ਤੇ ਦੂਸਰਾ ਇਹ ਹੈ ਕਿ ਉਹ ਆਪਣੀ ਆਪਣੀ ਪਾਰਟੀ ਦੀ ਪੋਲਿਟਿਕਸ ਨੂੰ ਰਿਪਰੈਜ਼ੈਂਟ ਕਰਦੀਆਂ ਨੇ। ਜਿਸ ਤਰ੍ਹਾਂ ਮੈਂ ਗੱਲ ਕਰਾਂ ਹਰਸਿਮਰਤ ਬਾਦਲ ਦੀ, 5 ਜੂਨ ਨੂੰ ਹਰਸਿਮਰਤ ਬਾਦਲ, ਸੁਖਵੀਰ ਸਿੰਘ ਬਾਦਲ, ਈਵਨ ਪ੍ਰਕਾਸ਼ ਸਿੰਘ ਬਾਦਲ ਬਿਆਨ ਦੇ ਰਹੇ ਨੇ ਵੱਡੇ ਵੱਡੇ BJP ਗਵਰਨਮੈਂਟ ਦੇ ਕਹੇ ਹੋਏ ਕਿ ਨਹੀਂ, ਇਹ ਕਾਨੂੰਨ ਤਾਂ ਬੜੇ ਹੀ ਅੱਛੇ ਨੇ, ਇਹ ਕਾਨੂੰਨਾਂ ਨਾਲ ਸਾਡੀ ਬਦਲ ਜਾਏਗੀ, ਕਿਉਂਕਿ ਉਹ ਮੋਦੀ ਸਰਕਾਰ ਦੇ ਗੁੰਮਰਾਹ ਕੀਤੇ ਹੋਏ ਸੀ। ਮੋਦੀ ਸਰਕਾਰ ਨੇ ਉਹਨਾਂ ਨੂੰ whip ਜਾਰੀ ਕੀਤਾ ਸੀ ਕਿ ਤੁਸੀਂ ਇਹਨਾਂ ਦੇ ਹੱਕ 'ਚ ਬੋਲੋ, ਕਿਉਂਕਿ ਉਹ BJP ਗਵਰਨਮੈਂਟ ਦਾ ਪਾਰਟ ਸੀ, ਉਹਦਾ ਹਿੱਸਾ ਸੀ, ਉਹ ਮਿਨਿਸਟਰ ਸੀ। ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਜਿਹੜਾ ਸਾਰੇ ਦਾ ਸਾਰਾ ਪੰਜਾਬ ਦਾ ਜਿਹੜਾ ਗ੍ਰਾਸ ਰੂਟ ਟਾਈਪ ਜਿਹੜਾ ਵੋਟਰ ਹੈ ਉਹ ਤਾਂ ਸਾਡੇ ਹੱਥਾਂ ਚੋਂ ਨਿਕਲ ਕੇ ਜਾ ਰਿਹਾ ਹੈ, ਤੇ ਫਿਰ ਲੇਟਰ ਔਨ ਜਾ ਕੇ ਉਹਨਾਂ ਨੇ ਸੰਸਦ ਦੇ ਵਿੱਚ ਆਫਟਰ 25 ਸਤੰਬਰ ਉਹਨਾਂ ਨੇ ਆਪਣੀ ਇੱਕ ਤੂਤਣੀ ਵਜਾਉਣੀ ਸ਼ੁਰੂ ਕੀਤੀ ਕਿ ਨਹੀਂ, ਅਸੀਂ ਵੀ ਕਿਸਾਨਾਂ ਦੇ ਹੱਕ 'ਚ ਹੈ, ਕਿਉਂਕਿ ਸਾਰੇ ਪੰਜਾਬ ਦਾ ਪੂਰਾ ਜਿਹੜਾ ਵੋਟਰ ਹੈ ਉਹਨਾਂ ਤੋਂ ਦੂਰ ਜਾ ਚੁੱਕਿਆ ਸੀ। ਸੋ ਸਾਨੂੰ ਜਿਹੜਾ ਹੈ, ਮੇਰੀ ਜਿੰਨੀ ਨੌਲੇਜ ਆ ਉਹਦੇ ਵਿੱਚ ਕਿਸੇ ਵੀ ਉਸ ਤਰ੍ਹਾਂ ਦੀ ਜਿਹੜੀ MP ਹੈਗੀ ਆ ਔਰਤ, ਉਹਨਾਂ ਨੇ ਸੰਪਰਕ ਜਾਂ ਉਹ ਇਸ ਕਰਕੇ ਵੀ ਹੈ ਕਿ ਰਾਜਨੀਤਿਕ ਪਾਰਟੀਆਂ ਤੋਂ ਕਿਸਾਨ ਮੋਰਚੇ ਨੇ ਦੂਰੀ ਬਣਾ ਕੇ ਰੱਖੀ ਹੈ। ਸੋ ਦੂਸਰਾ ਇੱਕ ਹੋਰ ਵੀ ਮਸਲਾ ਹੈ ਨਵਜੋਤ ਜੀ, ਜਿਹੜਾ ਸਾਡੇ ਸਾਰਿਆਂ ਦੇ ਵਿਚਾਰਨ ਵਾਲਾ ਹੈ। ਇਸ ਦੇ ਵਿੱਚ ਜਿਹੜੀ ਇਹ ਜਨ ਸੰਸਦ ਸੀ, ਇਹਦੇ ਵਿੱਚ ਬੜੀ ਵਰਸਟਾਈਲ, ਜਿਵੇਂ ਮੈਂ ਪਹਿਲਾਂ ਵੀ ਅਰਜ਼ ਕੀਤਾ ਹੈ, ਜਿਹੜੀਆਂ ਔਰਤਾਂ ਦੀ ਜਿਹੜੀ ਭੂਮਿਕਾ ਸੀ, ਮਤਲਬ ਬੜੀ ਜਿਹੜਾ ਹੈ ਵੱਖਰੀ ਡੈਮੋਗ੍ਰਾਫੀ ਤੋਂ ਜਿਹੜੀ ਉਹਨਾਂ ਦੀ ਬਣ ਰਹੀ ਸੀ। ਦਲਿਤ ਔਰਤ ਵੀ ਉੱਥੇ ਪਹੁੰਚੀ ਹੋਈ ਸੀ, ਐਗਰੀਕਲਚਰ ਲੇਬਰਰ ਵੀ ਉੱਥੇ ਪਹੁੰਚੀ ਹੋਈ ਸੀ, ਤੇ ਉਹ ਕਿਉਂਕਿ ਬਹੁਤ ਸਾਰਾ ਇਹ ਕੂੜ ਪ੍ਰਚਾਰ ਕੀਤਾ ਗਿਆ ਕਿ ਦਲਿਤਾਂ ਲਈ ਜਾਂ ਮਜ਼ਦੂਰਾਂ ਲਈ ਤਾਂ ਇਹ ਕਾਨੂੰਨ ਉਹਨਾਂ ਤੇ ਲਾਗੂ ਨਹੀਂ ਹੋਣਗੇ, ਪਰ ਉਹਨਾਂ ਦੇ ਉੱਤੇ ਵੀ, ਕਿਉਂਕਿ ਮਜ਼ਦੂਰ ਨੇ ਤਾਂ ਜਿਹੜਾ ਗ੍ਰੇਨ ਜਿਹੜਾ ਹੈ ਔਰ ਚਾਵਲ ਔਰ ਗੇਹੂੰ ਦੇ ਉੱਤੇ ਜ਼ਿਆਦਾ ਜਿਹੜਾ ਉੱਪਰ ਹੁੰਦਾ ਹੈ, ਜਿਸਨੂੰ ਅਸੀਂ ਮੋਟਾ ਅਨਾਜ ਕਹਿੰਦੇ ਹਾਂ, ਅਗਰ ਉਹੀ ਮਹਿੰਗਾ ਹੋ ਗਿਆ, ਅਗਰ ਉਸ ਦੇ ਉੱਤੇ ਹੀ ਕੰਟਰੋਲ ਹੋ ਗਿਆ,
ਤੇ ਉਹਨਾਂ ਦੀ ਤੇ ਜਿਹੜੀ ਹੈ, ਜਿਵੇਂ ਤੁਸੀਂ ਦੇਖਿਆ ਹੈ ਕਿ ਕਰੋਨਾ ਪੀਰੀਅਡ ਦੇ ਵਿੱਚ ਆਕਸੀਜਨ ਦੀ ਇੰਨੀ ਜਮਾਖੋਰੀ ਹੋ ਗਈ ਕਿ ਕਿੰਨੇ ਲੋਕ ਸਾਡੇ ਜਿਹੜੇ ਆਕਸੀਜਨ ਦੀ ਕਮੀ ਕਰਕੇ ਮਰ ਗਏ, ਕਿਉਂਕਿ ਉਹਨੂੰ ਭੰਡਾਰਨ ਕਰ ਲਿਆ ਉਸਦਾ। ਜੀ ਔਰ ਉਸ ਦੇ ਵਿੱਚ ਉਹਨਾਂ ਨੇ 4 ਟਾਈਮ ਜਿਹੜਾ ਹੈ ਦਾਮ ਜਿਹੜੇ ਹੈ ਉਹਦੇ ਤੇ ਭਾਅ ਦੇ ਉੱਤੇ ਉਹਨਾਂ ਨੇ ਉਹ ਵੇਚੇ। ਸੋ ਇਸ ਐਸੈਂਸ਼ੀਅਲ ਕਮੋਡਿਟੀ ਐਕਟ ਦਾ ਇਹ ਹੈ ਕਿ ਉਹ ਜ਼ਖੀਰੇਬਾਜ਼ੀ ਨੂੰ, ਭੁੱਖਮਰੀ ਨੂੰ, ਮਹਿੰਗਾਈ ਨੂੰ ਇਹ ਜਨਮ ਦੇਣਗੇ। ਤੇ ਨਾਲ ਦੀ ਨਾਲ ਜਿਹੜੇ ਸਾਡੇ ਦੂਸਰੀਆਂ ਜਿਹੜੀਆਂ ਸਾਡੀਆਂ ਜਿਵੇਂ ਇਕੋਲੋਜੀ ਹੈ, ਸਾਡਾ এনवायरमेंटल ਇਸ਼ੂਜ਼ ਨੇ, ਕਿਉਂਕਿ ਉਹਦੇ ਵਿੱਚ ਕੀ ਹੋਏਗਾ, ਉਹਦੇ ਜਿਹੜੀ ਵਿਭਿੰਨਤਾ ਦੀ ਇਹ ਗੱਲ ਕਰ ਰਹੇ ਨੇ ਸਰਕਾਰ, ਜਿਹੜੀ ਵਿਭਿੰਨਤਾ ਦੀ ਗੱਲ ਕਰ ਰਹੀ ਹੈ ਉਹ ਨਹੀਂ ਹੋਏਗੀ, ਕਿਉਂਕਿ ਵਪਾਰੀ ਨੇ, ਕਿਉਂਕਿ ਉਹਨਾਂ ਨੂੰ ਗਲੋਬਲੀ ਇੱਕ ਮਾਰਕੀਟ ਮਿਲਣੀ ਹੈ। ਜਿਹੜੀਆਂ ਸਾਡੀਆਂ ਇੱਥੇ ਸੈਲੋਜ਼ ਬਣਾਏ ਜਾ ਰਹੇ ਨੇ ਰੇਲਵੇ ਦੇ ਨਾਲ ਜੋੜ ਕੇ, ਤੁਹਾਨੂੰ ਯਾਦ ਹੋਣਾ ਹੈ ਕਿ 1905 ਦੇ ਵਿੱਚ ਜਿਹੜੀ ਸਾਡੀ ਬ੍ਰਿਟਿਸ਼ ਗਵਰਨਮੈਂਟ ਹੈ ਉਹਨੇ ਪੰਜਾਬ ਤੋਂ ਫਿਰੋਜ਼ਪੁਰ ਟੂ ਲੁਧਿਆਣਾ ਪਹਿਲੀ ਵਾਰੀ ਰੇਲ ਚੱਲੀ, ਕਿਉਂਕਿ ਇੱਥੇ ਕਪਾਹ ਔਰ ਜਿਹੜਾ ਸਾਡਾ ਜਿਹੜਾ ਹੈ ਕਾਟਨ ਬਹੁਤ ਅੱਛੀ ਹੁੰਦੀ, ਤੇ ਉਹਨਾਂ ਨੇ ਉਹ ਬੰਬੇ ਨਾਲ ਜੋੜ ਕੇ ਅੱਗੇ ਜਿਹੜੇ ਸਾਡੀ ਜਿਹੜੇ ਸਮੁੰਦਰੀ ਜਹਾਜ਼ਾਂ ਦੇ ਨਾਲ ਜੋੜਨਾ ਸੀ। ਤੇ ਐਜ਼ ਇਟ ਇਜ਼ ਜਿਹੜਾ ਅਡਾਨੀ ਹੈ ਉਸਨੇ ਮੋਗੇ ਦੇ ਨੇੜੇ ਇੱਕ ਡਕਰੂ ਪਿੰਡ ਹੈ ਉਹਦੀ ਰੇਲਵੇ ਲਾਈਨ ਦੇ ਨਾਲ ਆਪਣੇ ਸੈਲੋ ਨੂੰ ਜੋੜਿਆ, ਤੇ ਇੱਧਰ ਜਿਸ ਤਰ੍ਹਾਂ ਸੁਰਿੰਦਰ ਦੱਸ ਕੇ ਗਏ ਨੇ, ਕਿਲਾ ਰਾਏਪੁਰ ਦੇ ਕੋਲ ਜਿਹੜੀ ਰੇਲਵੇ ਲਾਈਨ ਜਾਂਦੀ ਹੈ ਉਸ ਦੇ ਨੇੜੇ ਜ਼ਮੀਨ ਲਈ। ਔਰ ਜ਼ਮੀਨ ਇਸ ਕਰਕੇ ਕਿਸਾਨਾਂ ਤੋਂ ਲਈ ਕਿ ਇਹ ਰੇਲਵੇ ਕੋਈ ਚੀਜ਼ ਜਿਹੜੀ ਆਪਣੀ ਬਣਾ ਰਿਹਾ ਤੇ ਕਿਸਾਨਾਂ ਨੇ ਜ਼ਮੀਨ ਦਿੱਤੀ। ਔਰ ਸੈਲੋ ਜਿਹੜੇ ਨੇ ਜਿਹੜਾ 5-6 ਸਾਲ ਪਹਿਲਾਂ ਬਣਨੇ ਸ਼ੁਰੂ ਹੋ ਚੁੱਕੇ, 2 ਸਾਲ ਪਹਿਲਾਂ ਕੰਪਲੀਟ ਹੋ ਗਏ। ਸੋ ਇਹ ਸਾਰੀ ਦੀ ਸਾਰੀ, ਜਿਸ ਤਰ੍ਹਾਂ ਮੋਦੀ ਗਵਰਨਮੈਂਟ ਨੇ ਬੜਾ ਪ੍ਰਚਾਰ ਕੀਤਾ, ਕਿਸਾਨ ਗੁੰਮਰਾਹ ਹੋ ਗਏ ਨੇ। ਮੋਦੀ ਸਰਕਾਰ ਕਾਰਪੋਰੇਟ ਦੇ ਹੱਥਾਂ 'ਚ ਵਿਕੀ ਹੋਈ ਹੈ, ਮੋਦੀ ਸਰਕਾਰ ਸੋ ਇਹ ਸਾਰੇ ਇੰਨਾ ਕੇਵਲ ਕਿਸਾਨੀ ਨਾਲ ਜੁੜੇ ਨਹੀਂ, ਇਹ ਸਾਡਾ ਜਿਹੜਾ ਅਰਬਨ ਲੋਅਰ ਮਿਡਲ ਕਲਾਸ ਹੈ, ਅਰਬਨ ਵਰਕਿੰਗ ਕਲਾਸ ਹੈ, ਸਾਡੀ ਹੇਠਲੀ ਜਿਹੜੀ ਸਾਡੀ ਕਿਸਾਨੀ ਹੈ, ਮੱਧ ਵਰਗੀ ਕਿਸਾਨੀ ਹੈ। ਤੁਹਾਨੂੰ ਪਤਾ ਹੋਣਾ ਕਿ 80% ਕਿਸਾਨੀ 5 ਥੱਲੇ ਦੀ ਹੈ, ਔਰ ਸਾਡੀ ਸਿਰਫ ਜਿਹੜੀ ਹੈ 10% ਕਿਸਾਨੀ ਜਿਹੜੀ 10 ਏਕੜ ਦੀ ਹੈ। ਤੇ ਉਹ ਪਹਿਲਾਂ ਜਿਹੜੀ ਹੈ ਹੇਠਲੀ ਕਿਸਾਨੀ, ਜਿਹੜਾ ਸਾਡਾ ਖੇਤ ਮਜ਼ਦੂਰ ਹੈ, ਉਸਦੇ ਉੱਤੇ ਅਸਰ ਹੋਣਾ ਹੈ। ਸੋ ਇਸ ਕਰਕੇ ਅਰਬਨ ਜਿਹੜੇ ਸਾਡੇ ਪੀਪਲ ਨੇ, ਸਾਡੇ ਜਿਹੜੇ ਸ਼ਹਿਰੀ ਮੱਧ ਵਰਗ ਹੈ ਜਾਂ ਸਾਡਾ ਹੇਠਲਾ ਮੱਧ ਵਰਗ ਹੈ, ਉਹਨੂੰ ਅਜੇ ਗੁੰਮਰਾਹ ਕੀਤਾ ਜਾ ਰਿਹਾ ਕਿ ਇਹ ਤਾਂ ਸਿਰਫ ਕਿਸਾਨ ਨਾਲ ਨੇ। ਕਿਸਾਨ ਦੀ ਜਦੋਂ ਅਸੀਂ MSP ਦੀ ਗੱਲ ਕਰਦੇ ਹਾਂ, ਜਾਂ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਅਸੀਂ ਗੱਲ ਕੀਤੀ, ਉਹਦੇ ਵਿੱਚ ਅਸੀਂ ਇੱਕ ਜਿਹੜਾ ਰੈਜ਼ੋਲੂਸ਼ਨ ਇਹ ਵੀ ਪਾਸ ਕੀਤਾ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਔਰ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਹੈ ਉਹ ਲਾਗੂ ਅੱਜ ਤੋਂ ਕੀਤਾ ਜਾਏ। ਸਵਾਮੀਨਾਥਨ ਕਮਿਸ਼ਨ ਦੇ ਬਾਰੇ ਹੀ ਤਾਂ ਮੋਦੀ ਸਰਕਾਰ ਜਿਹੜੀ ਹੈ ਕਹਿ ਕੇ ਅਸੀਂ ਜਦੋਂ ਹੀ ਬਣਾਂਗੇ 2014 ਦੇ ਵਿੱਚ 2014 ਚ ਉਸਨੇ ਜਿੱਤੀਆਂ ਹੀ ਚੋਣਾਂ ਇਸ ਕਰਕੇ ਸੀ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਜਿਹੜੀ ਰਿਪੋਰਟ ਲਾਗੂ ਕਰਾਂਗੇ। ਸੋ ਉਸ ਦੇ ਲਈ ਵੀ ਅਸੀਂ ਇੱਕ ਮਤਾ ਪਾਸ ਕੀਤਾ। ਸੋ ਇਹ ਬੜੇ ਦੁੱਖ ਦੀ ਗੱਲ ਹੈ ਕਿ ਲੋਕ ਰਾਜ ਦੇ ਨਾਂ ਤੇ ਫਾਸਿਸਟ ਸਰਕਾਰ ਹੈ, ਫਰੀडम ਆਫ ਸਪੀਚ ਨਹੀਂ ਹੈ। ਤੇ ਜਿਸ ਤਰ੍ਹਾਂ ਇਹ ਬੰਦੂਕਾਂ ਦੀ ਛਾਂ ਹੇਠ ਅਸੀਂ ਇੱਕ ਜਨ ਸੰਸਦ ਕੀਤੀ, ਹਾਲਾਂਕਿ ਉਹ ਬੜੀ ਉਹਨਾਂ ਦੀਆਂ ਏਜੰਸੀਜ਼ ਹੋਰ ਸਾਰਾ ਕੁਝ ਬੜਾ ਹੀ ਉਹਨਾਂ ਦਾ ਹਾਵੀ ਸੀ ਸਾਡੇ ਉੱਤੇ, ਪਰ ਅਸੀਂ ਫਿਰ ਵੀ ਜਿਹੜਾ ਹੈ ਥੋੜੀ ਤੋਂ ਥੋੜੀ ਆਸ, ਅਸੀਂ ਕਹਿੰਦੇ ਹਾਂ ਕਿ ਜੁਗਨੂਆਂ ਦੀ ਲੋਅ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ, ਉਹ ਜੁਗਨੂਆਂ ਦੀ ਲੋਅ ਵਰਗੀ ਗੱਲ ਭਾਵੇਂ ਸੀ। ਅਸੀਂ ਥੋੜੇ ਜ਼ਰੂਰ ਹਾਂ, ਪਰ ਅਸੀਂ ਬੁੱਧੀ ਵਾਲੇ, ਅਸੀਂ ਚੇਤਨ ਲੋਕ ਸੀ ਉਸ ਦਿਨ, ਤੇ ਅਸੀਂ ਆਪਣੀ ਆਵਾਜ਼ ਜਿਹੜੀ ਹੈ ਬੋਲੀ ਸਰਕਾਰ ਨੂੰ ਪਹੁੰਚਾਉਣ ਵਿੱਚ ਕਾਮਯਾਬ ਹੋ ਸਕੀਆਂ। ਜੀ ਸੁਰਿੰਦਰ ਜੀ ਦਾ ਕਨੈਕਸ਼ਨ ਆਪਣੇ ਨਾਲੋਂ ਟੁੱਟ ਗਿਆ ਤੇ ਆਪਣੇ ਕੋਲ ਸਮਾਂ ਵੀ ਆਲਮੋਸਟ ਹੁਣ ਥੋੜਾ ਜਿਹਾ ਹੀ ਬਚਿਆ। ਮੈਂ ਇੱਕ ਦੋ ਗੱਲਾਂ ਜ਼ਰੂਰੀ ਤੌਰ ਤੇ ਜਾਣਨਾ ਚਾਹੁੰਦੀ ਹਾਂ, ਜੇ ਤੁਸੀਂ ਬਰੀਫਲੀ ਇਹ ਦੱਸ ਸਕੋ, ਕਿਉਂਕਿ ਸਭ ਦੇ ਮਨਾਂ ਦੇ ਵਿੱਚ ਵੱਡਾ ਸਵਾਲ ਇਹੀ ਹੈ ਕਿ ਇਹ ਅੰਦੋਲਨ ਜਿਹੜਾ ਹੈ ਉਹ ਕਦੋਂ ਖਤਮ ਹੋਏਗਾ ਤੇ ਇਹਦੀ ਜਿਹੜੀ ਕਾਮਯਾਬੀ ਹੈ, ਬੇਸ਼ੱਕ ਇਹਦੇ ਬਾਰੇ ਬਹੁਤ ਲੋਕ ਆਸਵੰਦ ਨੇ, ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਲੋਕ ਨੇ, ਇੱਥੇ ਵੀ ਅਸੀਂ ਰੋਜ਼ ਦੇਖਦੇ ਹਾਂ, ਹਾਲੇ ਤੱਕ ਵੀ ਇੰਟਰਸੈਕਸ਼ਨਸ 'ਤੇ ਲੋਕ ਖੜ੍ਹ ਕੇ ਫਾਰਮਰਸ ਨੂੰ ਸਪੋਰਟ ਕਰਦੇ ਆ, ਡੇਲੀ ਬੇਸਿਸ 'ਤੇ ਇਹ ਸਾਰਾ ਕੁਝ ਹੋ ਰਿਹਾ ਤੇ ਉਹ ਆਸਵੰਦ ਹੈਗੇ ਆ। ਪਰ ਨਾਲ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਵੀ ਕੋਈ ਅੰਦੋਲਨ ਲੰਬਾ ਖਿੱਚਿਆ ਜਾਂਦਾ ਤੇ ਉਹਨੂੰ ਵੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੰਦੋਲਨ ਲੰਬਾ ਹੈ ਪਰ ਅੰਦੋਲਨ ਯਕੀਨਨ ਤੌਰ ਦੇ ਉੱਤੇ ਵੀਕ ਨਹੀਂ ਹੋ ਸਕਿਆ।
ਤੁਸੀਂ ਕਿਉਂਕਿ ਇਸ ਵੇਲੇ ਉੱਥੇ ਬੈਠੇ ਹੋ, ਇੰਡੀਆ ਦੇ ਵਿੱਚ ਬੈਠੇ ਹੋ, ਤੁਸੀਂ ਖੁਦ ਅੰਦੋਲਨ ਦਾ ਹਿੱਸਾ ਬਣੇ ਹੋਏ ਹੋ। ਇੱਥੇ ਬੈਠੇ ਲੋਕ ਜਾਂ ਬਾਹਰਲੇ ਮੁਲਕਾਂ 'ਚ ਬੈਠੇ ਲੋਕ ਇਸ ਸਵਾਲ ਦਾ ਜਵਾਬ ਜਿਹੜਾ ਉਹ ਲਗਾਤਾਰ ਜਾਣਨਾ ਚਾਹੁੰਦੇ ਆ ਔਰ ਛੇਤੀ ਜਾਣਨਾ ਚਾਹੁੰਦੇ ਆ ਕਿ ਅੰਤ ਕਦੋਂ ਹੋਣਾ। ਮੇਰੀ ਆਵਾਜ਼ ਸੁਣ ਰਹੀ ਹੈ? ਇਹ ਬਹੁਤ ਹੀ ਵਾਜਿਬ ਸਵਾਲ ਹੈ ਔਰ ਇਹ ਸਭ ਲੋਕਾਂ ਦੇ ਜਿਹੜੇ ਹੈ ਵਿਦੇਸ਼ਾਂ 'ਚ ਬੈਠੇ ਸਪੋਰਟਰ ਨੇ, ਹਿੰਦੁਸਤਾਨ 'ਚ ਬੈਠੇ ਨੇ ਜਾਂ ਪੰਜਾਬ ਦੇ ਜਿਹੜੇ ਨੇ। ਮੈਂ ਲਗਭਗ 1 ਮਹੀਨੇ ਦੇ ਕਰੀਬ ਮੈਂ ਮੋਰਚੇ ਤੇ ਰਹੀ ਹਾਂ, ਟਿੱਕਰੀ ਸਿੰਘੂ ਬਾਰਡਰ ਤੇ ਬਾਰ-ਬਾਰ ਜਾ ਰਹੀ ਹਾਂ, ਬਾਰ-ਬਾਰ ਉੱਥੇ ਮੈਂ ਗ੍ਰਾਸ ਜਿਹੜੀ ਮੋਰਚੇ ਦੇ ਵਿੱਚ ਕੰਮ ਕਰ ਰਹੇ ਹਾਂ। ਪਹਿਲੀ ਗੱਲ ਤਾਂ ਇਹ ਹੈ ਨਵਜੋਤ ਕਿ ਲੜਾਈ ਕਿਸ ਲਈ ਲੜੀ ਜਾ ਰਹੀ ਹੈ। ਮੈਂ ਇਹ ਗੱਲ ਕਹਿਣਾ ਚਾਹਨੀ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਕਿਸਾਨਾਂ ਨੇ ਆਪਣਾ ਇੱਕ ਫਰਜ਼ ਅਦਾ ਕਰ ਦਿੱਤਾ ਹੈ, ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸ ਦਿੱਤਾ ਹੈ ਕਿ ਅਸੀਂ ਜ਼ੁਲਮ ਵਿਰੁੱਧ ਖੜੇ ਹੋਏ ਤੇ ਕਿਸਾਨਾਂ ਦਾ ਸਬਰ ਤੇ ਸਿਦਕ ਤੇ ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਜਿਹੜੀ ਡੈਡੀਕੇਸ਼ਨ ਹੈ ਉਹਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਜਿਸ ਤਰੀਕੇ ਨਾਲ ਅਗਰ ਤੁਸੀਂ ਮੋਰਚੇ ਤੇ ਜਾਓ, ਅਗਰ ਜਿਸ ਤਰੀਕੇ ਨਾਲ ਟਰਾਲੀਆਂ ਦੇ ਵਿੱਚ ਟੈਂਟ ਬੈਠੇ ਜਿਹੜੇ ਤੂਫਾਨ ਆਏ ਨੇ ਉਹਨਾਂ ਦੇ ਟੈਂਟ ਉੱਡੇ ਨੇ, ਬਾਰਿਸ਼ ਦੇ ਵਿੱਚ, ਗਰਮੀ, ਅੱਤ ਦੀ ਗਰਮੀ, ਹਿਊਮਿਡਿਟੀ ਦੇ ਵਿੱਚ ਜਿਹੜਾ ਹੈ ਉੱਥੇ ਕਿਸਾਨ ਰਹਿ ਰਹੇ ਨੇ। ਮੈਂ ਆਲਮੋਸਟ ਜਿਹੜਾ ਹੈ ਸਾਰਾ ਜਿਹੜਾ ਜੁਲਾਈ ਦਾ ਮਹੀਨਾ ਉੱਥੇ ਸੀ ਔਰ ਇੰਨੀ ਹਿਊਮਿਡਿਟੀ ਹੈ ਉੱਥੇ, ਪਾਣੀ ਦੀਆਂ ਸਹੂਲਤਾਂ ਨਹੀਂ। ਜਿਸ ਤਰ੍ਹਾਂ ਸੈਨੀਟੇਸ਼ਨ ਦੀ ਮੈਂ ਗੱਲ ਕੀਤੀ ਹੈ, ਜਿਹੜੇ ਮੁੱਦੇ ਦੇ ਤੌਰ ਤੇ ਇਹ ਅੰਦੋਲਨ ਜਿੱਤਿਆ ਜਾ ਚੁੱਕਾ ਹੈ ਕਿਉਂਕਿ ਅਸੀਂ ਜ਼ੁਲਮ ਵਿਰੁੱਧ ਲੜ ਰਹੇ ਹਾਂ ਜਿਹੜਾ ਕਾਰਪੋਰੇਟ ਦੇ ਹੱਕ 'ਚ ਹੈ ਔਰ ਇਸ ਤੋਂ ਵੱਡੀ ਫਾਸਿਸਟ ਸਰਕਾਰ ਜਿਹੜੀ ਲੋਕਤੰਤਰ ਦੇ ਨਾਮ ਦੇ ਉੱਤੇ ਜਿਹੜੀਆਂ ਫਾਸਿਸਟ ਕਾਰਵਾਈਆਂ ਕਰ ਰਹੀ ਹੈ ਹਿੰਦੁਸਤਾਨ 'ਚ ਅਜੇ ਤੱਕ ਨਹੀਂ ਆਈ। ਤੇ ਮੋਰਚਾ ਕਦੋਂ ਜਿੱਤਿਆ ਜਾਏਗਾ ਇਹ ਲੰਬਾ ਹੋ ਸਕਦਾ ਹੈ ਪਰ ਮੋਰਚਾ ਜਿੱਤਿਆ ਜਾਏਗਾ। ਇਹ ਕੱਲ ਨਹੀਂ ਤੇ ਪਰਸੋਂ। ਜਿਸ ਤਰ੍ਹਾਂ ਦੀ ਕਮਿਟਮੈਂਟ ਨਾਲ ਕਿਸਾਨ ਉੱਥੇ ਬੈਠੇ ਹੋਏ ਹੈ ਉਹ ਮੋਰਚਾ ਅਵਸ਼ ਹੀ ਜਿੱਤਿਆ ਜਾਏਗਾ। ਲੰਬਾ ਹੋ ਸਕਦਾ ਹੈ, ਇਸ ਦੇ ਵਿੱਚ ਕੋਈ ਦੋ ਰਾਮਾ ਨਹੀਂ। ਜਿਸ ਤਰ੍ਹਾਂ ਲੰਬਾ ਹੋ ਰਿਹਾ ਹੈ, ਜਿਹੜੇ ਸਾਡੇ ਆਗੂ ਸਨ, ਕਈ ਵਾਰੀ ਇੱਕ ਨਵਜੋਤ ਇੱਥੇ ਬਹੁਤ ਵਾਰੀ ਜਾਂਦੀ ਹੈ ਕਿ ਇਹ ਅੰਦੋਲਨ ਤਾਂ ਅਲੋਕਾਰੀ ਘਟਨਾ ਹੈ, ਇਹ ਰੱਬੋਂ ਹੀ ਹੋ ਗਈ, ਤਾਂ ਇਸ ਤਰ੍ਹਾਂ ਹੋ ਗਈ। ਇਸ ਦੇ ਲਈ ਤਿਆਰੀ 2019 ਤੋਂ ਕਿਸਾਨ ਜਥੇਬੰਦੀਆਂ ਕਰ ਰਹੀਆਂ ਸਨ। ਇਹ ਨਾ ਤਾਂ 5 ਜੂਨ ਤੋਂ ਤਿਆਰੀ ਹੋਈ, ਹਾਂ ਇਹਨੂੰ ਸਪੀਡ ਅਪ 5 ਜੂਨ ਤੋਂ ਕੀਤਾ ਗਿਆ, 25 ਸਤੰਬਰ ਤੋਂ ਕੀਤਾ ਗਿਆ। 2019 ਤੋਂ ਕਿਸਾਨ ਜਥੇਬੰਦੀਆਂ ਸਿਰ ਜੋੜ ਕੇ ਬੈਠ ਰਹੀਆਂ ਸਨ, ਮੀਟਿੰਗਾਂ ਕਰ ਰਹੀਆਂ ਸਨ, ਵਿਚਾਰ ਵਿਮਰਸ਼ ਕਰ ਰਹੀਆਂ ਸਨ, ਡਿਸਕਸ਼ਨ ਹੋ ਰਹੀਆਂ ਸਨ ਔਰ ਕੱਲੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਛੋਟੀਆਂ ਜਥੇਬੰਦੀਆਂ ਨੇ, ਜਦੋਂ ਕੱਲੀਆਂ ਘੋੜ ਲੜਦੀਆਂ ਨੇ ਉਹ ਇੰਪੈਕਟ ਨਹੀਂ ਪੈਂਦਾ। ਉਹਨਾਂ ਨੇ ਇੱਕ ਜਥੇਬੰਦਕ ਪਹੁੰਚ ਅਪਣਾ ਕੇ ਮਿਨੀਮਮ ਪ੍ਰੋਗਰਾਮ ਕਾਲੇ ਕਾਨੂੰਨਾਂ ਨੂੰ ਰੱਦ ਕਿਹਾ ਜਿਹੜਾ ਬੜੀ ਸਕਸੈਸਫੁਲੀ ਚੱਲ ਰਿਹਾ ਹੈ ਔਰ ਮੋਰਚੇ ਦੇ ਵਿੱਚ ਇੱਕ ਡੈਮੋਕ੍ਰੈਟਿਕ ਸੈਟਅਪ ਹੈ। ਜਿਸ ਕਰਕੇ ਜਿਹੜਾ ਹੈ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਨੀ ਹਾਂ ਕਿ ਜਿਸ ਦਿਨ ਜਨ ਸੰਸਦ ਕਮਿਟਮੈਂਟ ਦੀ ਗੱਲ ਬਾਕੀ ਸਾਰੇ ਲੋਕ ਵੀ ਨਹੀਂ, ਉਸ ਦਿਨ ਰਾਜੇਵਾਲ ਸਾਹਿਬ, ਬਲਵੀਰ ਸਿੰਘ ਰਾਜੇਵਾਲ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਐਜ ਏ ਆਬਜ਼ਰਵਰ ਬਾਹਰ ਦੂਰ ਟੈਂਟ ਲਾ ਕੇ ਜਿਹੜੇ ਉਹ ਬੈਠੇ ਰਹੇ ਤੇ ਨਾਲ ਦਰਸ਼ਨਪਾਲ, ਪ੍ਰੇਮ ਭੰਗੂ ਤੇ ਬੂਟਾ ਸਿੰਘ ਬੁਰਜਗਿੱਲ, ਇਹ 4 ਲੋਕ ਸਨ ਕਿ ਕੋਈ ਮਾੜੀ ਮੋਟੀ ਘਟਨਾ ਕੋਈ ਸਰਕਾਰ ਵੱਲੋਂ ਜਾਂ ਸਾਡੀ ਪੁਲਿਸ ਵੱਲੋਂ ਨਾ ਹੋ ਜਾਵੇ। ਸੋ ਇਸ ਕਰਕੇ ਉਹ ਦੂਰ ਬੈਠੇ ਰਹੇ ਅੱਤ ਦੀ ਗਰਮੀ 'ਚ, ਅੱਤ ਦੀ ਹਿਊਮਿਡਿਟੀ, ਜਿਸ ਦੇ ਵਿੱਚ 2 ਔਰਤਾਂ ਨੂੰ ਜਿਹੜਾ ਹੈ ਹਸਪਤਾਲ ਜਾਣਾ ਪਿਆ ਉਸ ਦਿਨ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਉਹ ਕਮਿਟਮੈਂਟ, ਉਹ ਜਿਹੜੀ ਸਮਰਪਣ, ਉਹ ਜਿਹੜੀ ਕੁਰਬਾਨੀ ਜਿਹੜੀ ਹੈ ਉਹ ਦਿਖਾਉਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਲੋਕ ਇਹਨਾਂ ਕਾਲੇ ਕਾਨੂੰਨਾਂ ਕਰਨ ਲਈ ਜੁੜੇ ਹੋਏ ਨੇ। ਸੋ ਮੋਰਚਾ ਜਿਹੜੇ ਇੱਕ ਮੁੱਦੇ ਦੇ ਤੌਰ ਤੇ, ਇੱਕ ਕਮਿਟਮੈਂਟ ਦੇ ਤੌਰ ਤੇ, ਇੱਕ ਜਿਹੜਾ ਜ਼ੁਲਮ ਵਿਰੁੱਧ ਖੜੇ ਹੋਣ ਦੀ ਜਿਹੜੀ ਇੱਕ ਕਮਿਟਮੈਂਟ ਸੀ, ਉਸ ਕਰਕੇ ਮੋਰਚਾ ਜਿੱਤਿਆ ਜਾ ਚੁੱਕਾ ਹੈ। ਸੱਚ ਦੇ ਨਾਲ ਖੜੇ ਹੋਣਾ, ਝੂਠ ਦੇ ਵਿਰੋਧ ਦੇ ਵਿੱਚ ਖੜੇ, ਤੁਹਾਨੂੰ ਪਤਾ ਹੋਣਾ ਹੈ ਕਿ ਕਿੰਨੇ ਹੀ ਕਿਸਾਨਾਂ ਦੇ ਉੱਤੇ ਜਿਹੜੇ ਨੇ ਉਹਨਾਂ ਨੇ UPA ਲਗਾ ਕੇ ਜਿਹੜਾ ਹੈ ਉਹਨਾਂ ਨੂੰ FIR ਕੀਤੀਆਂ ਨੇ। ਤੁਹਾਨੂੰ ਪਤਾ ਫਰੀडम ਆਫ ਸਪੀਚ ਦੀ ਗੱਲ, ਨਰਵਾਲ ਵਰਗੀਆਂ ਕੁੜੀਆਂ, ਜਿਹੜਾ ਜਰਗਰ ਵਰਗੀਆਂ ਕੁੜੀਆਂ, ਜਿਹੜੇ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਉਹਨਾਂ ਨੇ ਲਗਾਇਆ, ਜਿਹੜੀਆਂ ਵੀ ਹੈ ਹੀ ਨਹੀਂ ਸਨ।
ਕਿਉਂਕਿ ਮੈਨੂੰ ਪਿਛਲੇ ਸਾਲ 2020 ਦੇ ਵਿੱਚ ਸੀਏਏ ਦੇ ਵਿੱਚ 25 ਜਿਹੜੇ ਥਾਵਾਂ ਤੇ ਕੈਂਪ ਲੱਗੇ ਹੋਏ ਸੀ ਸਾਡੀਆਂ ਜਿਹੜਾ ਸੀਏਏ ਨੂੰ ਵਾਪਸ ਕਰਨ ਦੇ ਲਈ, ਮੈਨੂੰ ਉਹਨਾਂ 'ਚ ਜਾਣ ਦਾ ਮੌਕਾ ਮਿਲਿਆ। ਈਵਨ ਫੈਬਰਰੀ ਦੇ ਵਿੱਚ ਮੈਂ ਦਿੱਲੀ ਦੇ ਵਿੱਚ ਸੀ ਇੱਕ ਹਫ਼ਤੇ ਲਈ, ਤੇ ਉਹ ਔਰਤਾਂ, ਸਧਾਰਨ ਔਰਤਾਂ ਦੀ ਕਮਿਟਮੈਂਟ ਨੂੰ ਜਿਹੜਾ ਹੈ ਉਹ ਫਰੀडम ਆਫ ਜਸਟਿਸ, ਫਰੀडम ਆਫ ਸਪੀਚ ਦੇ ਲਈ ਉਹਨਾਂ ਨੇ ਜਿਹੜਾ ਹੈ ਇੱਕ ਮੋਰਚਾ ਲੜਿਆ, ਪਰ ਉਹ ਕਰੋਨਾ ਕਰਕੇ ਉਹ ਮੋਰਚਾ ਉਠਾ ਦਿੱਤਾ ਗਿਆ। ਜੀ ਪਰ ਬਿਲਕੁਲ। ਜਿਹੜੇ ਸਾਡੇ ਕਿਸਾਨਾਂ ਨੇ ਸਿੱਧ ਕਰ ਦਿੱਤਾ ਹੈ ਕਿ ਕਰੋਨਾ ਹੈ, ਪਰ ਇਹਦਾ ਅਸੀਂ ਆਪਣੇ ਤੌਰ ਤੇ ਜਿਹੜਾ ਹੈ ਉਹਨੂੰ ਚੈਲੰਜ ਨੂੰ ਕਬੂਲ ਵੀ ਕਰਦੇ ਹਾਂ, ਤੇ ਉੱਥੇ ਕਰੋਨਾ ਮਹਾਮਾਰੀ ਦੇ ਬਾਵਜੂਦ ਵੀ ਕਿਸਾਨ ਡਟੇ ਹੋਏ ਨੇ। ਉੱਥੇ ਤੁਹਾਡੇ ਲਈ, ਤੁਹਾਨੂੰ ਵੀ ਜਾਣਕਾਰੀ ਹੈ ਕਿ ਕਿਸ ਤਰ੍ਹਾਂ ਅਮਰੀਕਾ ਤੋਂ ਡਾਕਟਰ ਸਵੈਮਾਨ ਆ ਕੇ ਆਪਣੀਆਂ ਸਿਹਤ ਸਹੂਲਤਾਂ ਦੇ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਵਿਦੇਸ਼ਾਂ ਤੋਂ ਸਾਡੇ ਨੌਜਵਾਨ ਮੁੰਡੇ ਆ ਕੇ ਇੱਥੇ ਬੈਠ ਕੇ ਚਲੇ ਗਏ ਨੇ, ਕਿਉਂਕਿ ਹੁਣ ਜਿਹੜਾ ਹੈ ਮੋਰਚੇ ਦੇ ਵਿੱਚ ਜਿਹੜਾ ਕਿਸਾਨਾਂ ਨੇ ਇੱਕ ਆਰਗੇਨਾਈਜ਼ ਬਣਾਇਆ ਹੈ ਕਿ ਉਹ ਹਰ ਪਿੰਡ ਦੇ ਵਿੱਚੋਂ ਹਰ ਹਫ਼ਤੇ ਜੱਥਾ ਭੇਜ ਰਹੇ ਨੇ, ਕਿਉਂਕਿ ਧਾਨ ਦੀ, ਚਾਵਲ ਦੀ ਜਿਹੜੀ ਹੈ ਉਹਨੂੰ ਬੀਜਣ ਦੀ ਮੌਕਾ ਸੀ, ਉਹ ਵੀ ਲਗਾਉਣਾ ਹੈ। ਤੇ ਇਸ ਮੋਰਚੇ ਦੇ ਵਿੱਚ ਇਹ ਬੜਾ ਅਲੌਕਿਕ ਮੋਰਚਾ ਹੈ ਕਿ ਇਹਦੇ ਵਿੱਚ ਲੰਗਰ ਦੀ ਜਿਹੜੀ ਪ੍ਰਥਾ ਸਾਰੇ ਸੰਸਾਰ ਨੂੰ ਦਿਖਾ ਦਿੱਤਾ ਹੈ ਕਿ ਅਸੀਂ ਆਪਣੀ ਰੋਟੀ ਆਪ ਬਣਾ ਸਕਦੇ ਹਾਂ, ਤੇ ਅਸੀਂ ਹੋਰ ਭੁੱਖਿਆਂ ਨੂੰ ਵੀ, ਈਵਨ ਕਿ ਪੁਲਿਸ ਵਾਲਿਆਂ ਨੂੰ ਵੀ, ਮਿਲਟਰੀ ਨੂੰ ਵੀ ਖਵਾ ਸਕਦੇ ਹਾਂ। ਸੋ ਇਸ ਕਰਕੇ ਮੋਰਚਾ ਇੱਕ ਥੌਟ ਦੇ ਤੌਰ ਤੇ ਜਿੱਤਿਆ ਜਾ ਚੁੱਕਾ ਹੈ, ਤੇ ਮੋਦੀ ਨੂੰ ਝੁਕਣਾ ਤੇ ਪਏਗਾ ਹੀ। ਇਹ ਮੋਰਚਾ ਤਾਂ ਜਿੱਤੇ ਤੋਂ ਬਿਨਾਂ ਕਿਸਾਨ ਵਾਪਸ ਨਹੀਂ ਜਾਏ। ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਕਮਲਜੀਤ ਢਿੱਲੋਂ ਜੀ, ਤੁਸੀਂ ਇਹ ਸਾਰੀ ਗੱਲਬਾਤ ਕੀਤੀ। ਮੈਨੂੰ ਲੱਗਦਾ ਇੱਕ ਵਾਰੀ ਫਿਰ ਕੋਸ਼ਿਸ਼ ਕੀਤੀ ਅਸੀਂ ਸੁਰਿੰਦਰ ਹੁਣਾਂ ਦੇ ਨਾਲ ਗੱਲਬਾਤ ਕਰਨ ਦੀ। ਸੁਰਿੰਦਰ ਜੀ, ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਸੁਰਿੰਦਰ ਜੀ, ਸੁਰਿੰਦਰ ਜੀ ਤੱਕ ਮੇਰੀ ਆਵਾਜ਼ ਨਹੀਂ ਪਹੁੰਚ ਰਹੀ, ਪਰ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਤੇ ਇਹ ਉਮੀਦ ਕਰਦੀ ਹਾਂ ਕਿ ਜਿਹੜੀ 9 ਅਗਸਤ ਵਾਲੀ ਆਲ ਵਿਮਨ ਸੰਸਦ ਇੱਕ ਵਾਰੀ ਫਿਰ ਜੁੜਨੀ ਹੈ, ਉਹ ਪਹਿਲਾਂ ਨਾਲੋਂ ਵੀ ਦੁੱਗਣੀ ਤਿੱਗਣੀ ਹੋਏਗੀ। ਤੇ ਨਾਲ ਨਾਲ ਇਸ ਗੱਲ ਦਾ ਮੈਂ ਖੁਦ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਜਿੱਥੇ ਕਿਤੇ ਦੁਨੀਆ ਭਰ ਦੇ ਵਿੱਚ ਔਰਤਾਂ ਬੈਠੀਆਂ ਨੇ, ਜਿਸ ਢੰਗ ਦੇ ਨਾਲ ਉਹ ਭਾਰਤ ਦੇ ਵਿੱਚ ਇਸ ਤਰ੍ਹਾਂ ਜਿਹੜੀ ਆਲ ਵਿਮਨ ਸੰਸਦ ਹੋ ਰਹੀ ਹੈ ਉਹਦੇ 'ਤੇ ਮਾਣ ਮਹਿਸੂਸ ਕਰਦੀਆਂ ਨੇ। ਨਾਲ ਨਾਲ ਅਸੀਂ ਉਹਨਾਂ ਸਾਰੀਆਂ ਔਰਤਾਂ ਨੂੰ ਸੈਲਿਊਟ ਵੀ ਕਰਦੀਆਂ ਨੇ। ਤੇ ਅਖੀਰ ਦੇ ਵਿੱਚ ਸਿਰਫ ਇਹੀ ਗੱਲ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਦੇ ਜਜ਼ਬਾਤ ਜੁੜੇ ਹੋਏ ਨੇ ਅੰਦੋਲਨ ਦੇ ਵਿੱਚ ਬੈਠੇ ਲੋਕਾਂ ਦੇ ਨਾਲ, ਪਰ ਇੱਕ ਔਰਤ ਹੋਣ ਦੇ ਨਾਤੇ ਤੇ ਬਹੁਤ ਸਾਰੀਆਂ ਉਹ ਔਰਤਾਂ ਜਿਹੜੀਆਂ ਆਪਣੇ ਜਜ਼ਬਾਤ ਜ਼ਾਹਿਰ ਕਰਦੀਆਂ ਨੇ ਇਸ ਮੋਰਚੇ ਦੇ ਨਾਲ ਜੁੜੀਆਂ ਹੋਈਆਂ ਔਰਤਾਂ ਦੇ ਲਈ ਅਸੀਂ ਰਲ ਕੇ ਇੱਕ ਸ਼ਕਤੀ ਦੇ ਤੌਰ ਤੇ ਕੰਮ ਕਰ ਰਹੀਆਂ ਆ, ਜਿੱਥੇ ਮਰਜ਼ੀ ਅਸੀਂ ਬੈਠੀਆਂ। ਜਦੋਂ ਕਮਲਜੀਤ ਢਿੱਲੋਂ ਉਹਨਾਂ ਦੀ ਗੱਲ ਚੱਲਦੀ ਹੈ, ਉਹ ਟੋਰਾਂਟੋ ਤੋਂ ਦਿਸ਼ਾ ਆਰਗੇਨਾਈਜੇਸ਼ਨ ਤੋਂ ਖਾਸ ਤੌਰ ਦੇ ਉੱਤੇ ਇਸ ਵੇਲੇ ਇੰਡੀਆ ਦੇ ਵਿੱਚ ਸ਼ਾਮਿਲ ਨੇ, ਔਰ ਇੰਨੇ ਜ਼ਿਆਦਾ ਜਿਹੜੀ ਮੁੱਦਿਆਂ ਬਾਰੇ ਸਪਸ਼ਟਤਾ ਹੋਣੀ, ਇਹ ਵੀ ਇੱਕ ਵੱਡੀ ਪ੍ਰਾਪਤੀ ਹੈ। ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਬੇਸ਼ੱਕ ਭਾਰਤ ਸਰਕਾਰ ਜਿਹੜੀ ਆ ਉਹ ਬਦਲ ਨਹੀਂ ਰਹੀ, ਪਰ ਕਿਸਾਨਾਂ ਦੇ, ਕਿਸਾਨ ਜਥੇਬੰਦੀਆਂ ਦੇ ਜਿਹੜੇ ਇਰਾਦੇ ਨੇ ਉਹ ਵੀ ਬਦਲ ਨਹੀਂ ਰਹੇ। ਜੇ ਕੁਝ ਬਦਲਿਆ ਹੈ ਤਾਂ ਉਹ ਇਹ ਸਾਰੀਆਂ ਸਪਸ਼ਟ ਗੱਲਾਂ ਸਾਨੂੰ ਦਰਸਾ ਰਹੀਆਂ ਨੇ ਕਿ ਸਾਡਾ ਪਰਸਪੈਕਟਿਵ, ਸਾਡਾ ਨਜ਼ਰੀਆ ਹੈ ਉਹ ਜ਼ਰੂਰ ਬਦਲਿਆ ਹੈ। ਹੁਣ ਜਿਹੜੀ ਔਰਤਾਂ ਦੀ ਸ਼ਮੂਲੀਅਤ ਹੈ, ਔਰਤਾਂ ਦੇ ਨਾਲ ਗੱਲਬਾਤ ਕਰਨ ਦਾ, ਔਰਤਾਂ ਦੀ ਸ਼ਕਤੀ ਪਹਿਚਾਨਣ ਦਾ, ਔਰਤਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਉੱਥੇ ਵਰਤਾਵ ਦੀ ਗੱਲ ਕੀਤੀ ਜਾ ਰਹੀ ਹੈ, ਇਹ ਬਹੁਤ ਵੱਡੀ ਤਬਦੀਲੀ ਹੈ। ਆਪਣੇ ਆਪ ਦੇ ਵਿੱਚ ਵੀ ਇਹ ਅੰਦੋਲਨ ਦੀਆਂ ਪ੍ਰਾਪਤੀਆਂ ਨੇ। ਉਮੀਦ ਕਰਦੇ ਹਾਂ ਕਿ ਇਹ ਮੋਰਚਾ ਜਲਦੀ ਹੀ ਆਪਣੀ ਕਾਮਯਾਬੀ ਵੱਲ ਵਧੇਗਾ ਤੇ ਛੇਤੀ ਹੀ ਸਾਨੂੰ ਹੋਰ ਚੰਗੀਆਂ ਖਬਰਾਂ ਜਿਹੜੀਆਂ ਭਾਰਤ ਵੱਲੋਂ ਆਉਣਗੀਆਂ। ਅੱਜ ਇਸ ਪ੍ਰੋਗਰਾਮ ਨੂੰ ਸੁਣਨ ਦੇ ਲਈ ਡਾਕਟਰ ਕਮਲਜੀਤ ਢਿੱਲੋਂ ਹੁਣਾਂ ਦੀ ਗੱਲਬਾਤ ਨੂੰ ਸੁਣਿਆ, ਤੁਸੀਂ ਸੁਰਿੰਦਰ ਹੁਣਾਂ ਦੀ ਗੱਲਬਾਤ ਨੂੰ ਸੁਣਿਆ। ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਹਾਂ, ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਸਮਾਂ ਕੱਢ ਕੇ ਇਹ ਸਾਰੀ ਗੱਲਬਾਤ ਸੁਣੀ ਹੈ। ਇਸ ਗੱਲਬਾਤ ਨੂੰ ਅਗਾਂਹ ਵੀ ਜ਼ਰੂਰ ਤੋਰਿਓ, ਸ਼ੇਅਰ ਜ਼ਰੂਰ ਕਰਿਓ। ਅੱਜ ਕੁਝ ਇੰਨੇ ਹੀ ਖਿਆਲ, ਇੰਨੇ ਹੀ ਸਵਾਲ ਤੁਹਾਡੇ ਨਾਲ। ਮੈਨੂੰ ਦਿਓ ਇਜਾਜ਼ਤ, ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਧੰਨਵਾਦ।